ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਚੌਥਾ। ਆਦਿ ਪੁਰਖ अपरंपर आपे, आपे थापे थाप उथापे। आदि पुरख अपरंपर आपे, आपे थापे थाप उथापे। सब मह वरतै एको सोई, गुरमुख शोभा पावनिया। हाँ वारी ज्यों वारी, निरंकारी नाम ध्यावनिया। तिस रूप ना रेखिया, घट घट देखिया। गुरमुख अलख लखावनिया। रहा तू दयाल कृपाल प्रभ सोई, तुद बिन दूजा अवर न कोई। गुर प्रसाद करे नाम देवै, नामे नाम समावनिया। तू आपे सच्चा सिरजनहारा, भगति भरे तेरे पंडारा। गुरमुख नाम मिलै मन पीजै, सहज समाध लगावनिया। अन दिन गुण गावां प्रभ तेरे, तुद सा लाही प्रीतम मेरे। तुद बिन अवर न कोई जाचा, गुर प्रसादी तू पावनिया। अगम अगोचर मित नहीं पाई, अपनी कृपा करह तू लह मिलाई। पूरे गुर कै शब्द ध्याईऐ, शब्द सेव सुख पावनिया। रसना गुणवंती गुण गावै, नाम सलाहे सच्चे भावै। गुरमुख सदा रहै रंग राती, मिल सच्चे शोभा पावनिया। मन मुख कर्म करे अहंकारी, जुऐ जन्म सब बाजी हारी। अंतर लोभ महा गुबारा, फिर आवण जावनिया। आपे करता दे वड्याई, जिनको आप लिखत तुर पाई। नानक नाम मिलै भव भंजन, गुर शब्दी सुख पावनिया। नानक नाम मिलै भव भंजन, गुर शब्दी सुख पावनिया। वाहिगुरु जी का खालसा, वाहिगुरु जी की फतेह। जुगो जुगा टल तन तन गुरु ग्रंथ साहिब जी, गुरु पातशाह जी की अपार बख्शिश। शाम समय ओंटारियो खालसा दरबार के पावन दीवान तो असी संगत का समा माण रहे हैं। गुरबाणी व्याख्यान जो असी शाम के समय लड़ीवार कर रहे हैं, इस अंदर माझ राग चल रहा है। महला चौथा गुरु रामदास पातशाह नानक जोत के चौथे जानशीन द्वारा उचरित किया गया अगलेरा शब्द आप जी ने सरवण किया है। विचार का आगाज़ मुख सुनेहे के पदे तो कर रहे हैं। गुरुदेव जो इस पावन बचन विच जिक्र कर रहे ने, हाँ वारी ज्यों वारी, निरंकारी नाम ध्यावनिया। तिस रूप न रेखिया, घट घट देखिया। गुरमुख अलख लखावनिया। रहाओ हाँ वारी ज्यों वारी, ये तो बिल्कुल सेम ही पिछले सारे शब्दों आ रहा है। जिस तो मुराद यही है कि मैं अपना आपा वारदा, मैं कुर्बान जाना। गुरु साहब अपने ते बात टुका के ते मनुख नूं वड्याउंदे, ते उस मनुख नूं वड्याउंदे जो शुभ गुणां दा धारनी होके भगती भाव दे राह ते तुरदा है। उहदियां वखरियां वखरियां एग्जाम्पल्स असीं उहदे गुणां दी बात पढ़ते आ रहे हैं। पिछे अज बचन आ रहा, हाँ वारी ज्यों वारी, निरंकारी नाम ध्यावनिया। निरंकारी नाम देखो,
ਜਿਹੜੇ ਸ਼ਬਦ ਹੁੰਦੇ ਨੇ ਮੀਨ ਵਰਡਸ, ਇਹਨਾਂ ਦੀ ਜਿਹੜਾ ਯੂਜ਼ ਆ, ਮਿਸਯੂਜ਼ ਆ, ਇਹ ਸਾਰਾ ਕੁਝ ਇਹਨਾਂ ਦੀ ਉਹ ਸਾਰੇ ਦੇ ਵਿੱਚੋਂ ਇੰਟਰਪ੍ਰੀਟੇਸ਼ਨ ਨਿਕਲਦੀ ਹੈ। ਜਿਵੇਂ ਸਪੋਜ਼ ਕਰੋ ਨਿਰੰਕਾਰੀ ਵਰਡ ਅੱਜ ਅਸੀਂ ਜਿਸ ਪਰਸਪੈਕਟਿਵ ਦੇ ਵਿੱਚ ਦੇਖਦੇ ਹਾਂ, ਹਾਲਾਂਕਿ ਗੁਰਬਾਣੀ 'ਚ ਵਾਰ-ਵਾਰ ਇਹਦਾ ਜ਼ਿਕਰ ਆ ਰਿਹਾ ਹੈ, ਤੇ ਇਹ ਸ਼ਬਦ ਵੀ ਐਸਾ ਆ ਜਿਹਦੀ ਇਨਵੈਂਸ਼ਨ ਵੀ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ। ਕੁਝ ਐਸੀ ਵੋਕੈਬਲਰੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਨਾਲ ਹੀ ਆਈ ਹੈ ਰੂਹਾਨੀ ਦੁਨੀਆ ਦੇ ਵਿੱਚ ਟੋਟਲੀ, ਕਿਉਂਕਿ ਇੱਕ ਨਵੇਂ ਮੰਡਲ ਨੂੰ ਗੁਰੂ ਸਾਹਿਬ ਨੇ ਉਜਾਗਰ ਕੀਤਾ, ਜਿਹੜਾ ਮੰਡਲ ਸਿੱਖੀ ਦਾ ਮੰਡਲ ਹੈ, ਸਿੱਖ ਦਾ ਸਿੱਖਣ ਦਾ ਕਨਸੈਪਟ ਜਿੱਥੇ ਆਉਂਦਾ ਹੈ ਮਨੁੱਖ ਦੇ ਵਾਸਤੇ। ਸੋ ਇਹਦੇ ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ ਅਰਬਦ ਨਰਬਦ ਧੁੰਦੂ ਕਾਰਾ, ਆਪ ਜੇ ਸ਼ਬਦ ਪੜ੍ਹੋਗੇ ਹੁਣ ਅਰਬਦ ਨਰਬਦ, ਇਹ ਬਿਲਕੁਲ ਨਵੀਂ ਵੋਕੈਬਲਰੀ ਗੁਰੂ ਨਾਨਕ ਸਾਹਿਬ ਲੈ ਕੇ ਆ ਰਹੇ। ਹੋਰ ਬਹੁਤ ਸਾਰੇ ਐਸੇ ਵਰਡ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਆਪਣੀ ਬਾਣੀ 'ਚ ਜਿਹੜਾ ਹੈਗਾ ਇੰਟਰੋਡਿਊਸ ਕਰਦੇ। ਈਵਨ ਜੇ ਡੀਪ ਲੈਵਲ 'ਤੇ ਦੇਖਾਂਗੇ ਤਾਂ ਨਾਨਕ ਨਾਮ ਵੀ ਗੁਰੂ ਸਾਹਿਬ ਦੀ ਆਮਦ ਨਾਲ ਇੰਟਰੋਡਿਊਸ ਹੋ ਰਿਹਾ ਆਲਮੋਸਟ। ਉਸ ਤੋਂ ਪਹਿਲਾਂ ਤੁਹਾਨੂੰ ਕਿਤੇ ਇਤਿਹਾਸ ਵਿੱਚ ਕਿਤੇ ਨਹੀਂ ਮਿਲੇਗਾ। ਅੰਗਦ ਮਿਲ ਜਾਏਗਾ, ਅਮਰਦਾਸ ਵੀ ਮਿਲ ਜਾਏਗਾ, ਰਾਮਦਾਸ ਵੀ ਮਿਲ ਜਾਏਗਾ, ਅਰਜਨ ਵੀ ਮਿਲ ਜਾਏਗਾ, ਗੋਬਿੰਦ ਹਰਗੋਬਿੰਦ ਮਿਲ ਜਾਣਗੇ, ਨਾਨਕ ਨਹੀਂ ਮਿਲੇਗਾ। ਯੂਨੀਕ ਬਿਲਕੁਲ। ਸਿੱਖ ਤਵਾਰੀਖ ਇਹੀ ਹੁੰਦੀ ਹੈ, ਕੁਦਰਤ ਇੱਕ ਨਵਾਂ ਕਹਿ ਲਓ ਕਿ ਅਧਿਆਇ ਸ਼ੁਰੂ ਕਰਦੀ ਹੈ। ਇਸ ਕਰਕੇ ਇਹੀ ਲੋਕ ਯੁੱਗ ਪੁਰਸ਼ ਨੇ। ਵੈਸੇ ਲੋਕ ਕਹਿੰਦੇ ਨੇ ਯੁੱਗ ਪੁਰਸ਼ ਫਲਾਣਾ ਯੁੱਗ ਪੁਰਸ਼, ਨੋ, ਜਿਹਦੇ ਨਾਲ ਯੁੱਗ ਪਲਟਦਾ ਆ, ਇਹੀ ਯੁੱਗ ਪਲਟਣਾ ਆ। ਨਾਨਕ ਕਾਲ ਆਉਂਦਾ, ਨਾਨਕ ਯੁੱਗ ਪਲਟਦਾ, ਤੇ ਜਿਹਦੇ ਤੋਂ ਬਾਅਦ ਪੂਰੀ ਦੁਨੀਆ ਦੀ ਜਿਹੜੀ ਅਧਿਆਤਮਕਤਾ ਸਪਿਰਿਚੁਅਲਿਟੀ ਹੈਗੀ ਏ ਉਹ ਅਛੂਤੀ ਨਹੀਂ ਰਹਿ ਜਾਂਦੀ, ਉਹ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਜਿਵੇਂ ਅਸੀਂ ਗਲੋਬਲਾਈਜੇਸ਼ਨ ਦਾ ਅੱਜ ਦਾ ਕਨਸੈਪਟ ਦੇਖਦੇ ਆ, ਇਹਦੇ ਪਿੱਛੇ ਦੇਖੀਏ ਤੇ ਕਲੋਨੀਅਲ ਸਿਸਟਮ ਵਿੱਚੋਂ ਚੀਜ਼ ਆਉਂਦੀ ਹੈ। ਜਿੰਨਾ ਬ੍ਰਿਟਿਸ਼ ਜਿਹੜੇ ਉਸ ਸਮੇਂ ਦੇ ਉੱਥੇ ਪਾਦਰੀ ਜਾਂਦੇ, ਉਹ ਸਭ ਕੁਝ ਪੰਜਾਬ ਦੇ ਵਿੱਚ ਸਿਖਾਉਣ ਦੀ ਟਰਾਈ ਕਰਦੇ, ਉਸ ਤੋਂ ਕਿਤੇ ਵੱਧ ਉਹ ਸਿੱਖਦੇ। ਜਦੋਂ ਸਿੱਖਦੇ ਤੇ ਉਹਦੀ ਇੰਪਲੀਮੈਂਟੇਸ਼ਨ ਉਹਨਾਂ ਦੇ ਆਪਣੇ ਸਕੂਲ ਆਫ ਥਾਟ 'ਚ ਵੀ ਬਦਲਦੀ, ਜਿਹਦੇ ਕਰਕੇ ਇੱਕ ਨਵੀਂ ਦੁਨੀਆ ਉਸ ਰੂਪ ਵਿੱਚ ਅਸੀਂ ਵੇਖਦੇ ਹੈਗੇ। ਜਾਂ ਅਸੀਂ ਲਿਟਰੇਚਰ 'ਚ ਦੇਖੀਏ ਤੇ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਨਿਸ਼ਾਨੀਆਂ ਮਿਲਦੀਆਂ ਨੇ ਜਿਸ ਸਮੇਂ ਦੇ ਵਿੱਚ ਯੂਰਪ ਜਾਣ ਦੀਆਂ, ਬਿਲਕੁਲ ਉਹੀ ਸਮਾਂ ਆ ਜਦੋਂ ਉੱਥੇ ਮਾਰਟਨ ਲੂਥਰ ਕ੍ਰਿਸਚੈਨਿਟੀ ਦੇ ਵਿੱਚ ਇੱਕ ਪ੍ਰੋਟੈਸਟੈਂਟ ਲੈਵਲ ਦੀ ਬਾਤ ਲਿਆ ਰਿਹਾ, ਪ੍ਰੋਟੈਸਟ ਹੋ ਰਿਹਾ, ਉਹਦੀ ਬਾਤ ਹੋ ਰਹੀ ਹੈ ਕਿ ਭਾਈ ਆਹ ਰਵਾਇਤਾਂ ਅਸੀਂ ਨਹੀਂ ਮੰਨਾਂਗੇ, ਆਹ ਚੀਜ਼ਾਂ ਚਰਚ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਜਿਹੜੀ ਇਸ ਤਰ੍ਹਾਂ ਕਹਿ ਲਓ ਕਿ ਉਹਨਾਂ ਦੀ ਸਾਰੀ ਆਈਡੀਓਲੋਜੀ, ਸੋ ਸਾਰੀ ਧਾਰਾ ਦੇ ਵਿੱਚ ਇੱਕ ਨਵੀਨੀਕਰਨ ਹੋ ਰਿਹਾ ਹੈ। ਉਹਦੇ ਅੰਦਰ ਇੱਕ ਰਿਫਾਰਮ ਕੰਡੀਸ਼ਨ ਬਣ ਰਹੀ ਹੈ, ਤੇ ਉਹ ਸਾਰੇ ਦੇ ਪਿਛੋਕੜ ਵਿੱਚ ਹਾਂ ਕੋਈ ਕ੍ਰੈਡਿਟ ਦਏ ਨਾ ਦਏ, ਪਰ ਇਹ ਰਿਐਲਿਟੀ 'ਚ ਤੁਹਾਨੂੰ ਕਿਤੇ ਨਾ ਕਿਤੇ ਰੂਟਸ ਵਿੱਚ ਮਿਲਣਗੀਆਂ ਚੀਜ਼ਾਂ। ਖੈਰ ਜਿਹੜੀ ਬਾਤ ਕਰਨ ਲੱਗਾ ਸੋ ਉੱਤੇ ਫੋਕਸ ਕਰਾਂ ਕਿ ਜਿਹੜਾ ਸ਼ਬਦ ਦਾ ਪ੍ਰਯੋਗ ਆ ਉਸ ਨੂੰ ਜਿਵੇਂ ਬੰਦਾ ਉਹ ਲੈ ਕੇ ਆਉਂਦਾ, ਉਹਦੇ ਨਾਲ ਬੰਦੇ ਜਿਹੋ ਜਿਹੇ ਐਸੋਸੀਏਟ ਹੁੰਦੇ, ਉਸੇ ਤਰੀਕੇ ਨਾਲ ਉਸ ਐਡਜੈਕਟਿਵ ਤੇ ਉਸ ਸ਼ਬਦ ਦੀ, ਉਸ ਟਾਈਟਲ ਦੀ ਅਹਿਮੀਅਤ ਵੱਧਦੀ ਜਾਂ ਘਟਦੀ ਹੈ। ਜਿਵੇਂ ਸਪੋਜ਼ ਕਰੋ ਮਸੰਦ ਸ਼ਬਦ, ਇਹ ਗੁਰਮਤਿ ਸਕੂਲ ਵਿੱਚੋਂ ਆਉਂਦਾ। ਗੁਰੂ ਰਾਮਦਾਸ ਸਾਹਿਬ ਕਰਨਧਾਰ ਸੀਗੇ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਮਨੁੱਖਤਾ ਦੇ ਮਨੁੱਖਵਾਦੀ ਫੈਲਾਅ ਲਈ, ਇਨ ਵੇ ਵੀ ਕੈਨ ਸੇ ਸਿੱਖੀ ਦੇ ਫੈਲਾਅ ਲਈ ਬਾਬਾ ਜੀ ਨੇ ਇੱਕ ਆਰਗੇਨਾਈਜ਼ਡ ਵੇ ਦੇ ਨਾਲ ਚੀਜ਼ਾਂ ਨੂੰ ਡਿਵੈਲਪ ਕੀਤਾ। ਉਸ ਸਮੇਂ ਮੁੱਖ ਰੂਪ ਦੇ ਵਿੱਚ ਜਿਹੜੀਆਂ ਭਾਰਤੀ ਖਿੱਤੇ ਦੇ ਵਿੱਚ ਰੀਜਨਸ ਬਣਦੇ ਸੀ, ਸੂਬੇ ਕਹਿ ਲਓ ਉਸ ਸਮੇਂ ਦੇ ਵਿੱਚ, ਉਹ 22 ਸੂਬੇ ਸੀ ਬਣਦੇ, ਤੇ 52 ਮੇਨ ਏਰੀਆਜ਼ ਬਣਦੇ ਸੀ, ਫੋਕਲ ਪੁਆਇੰਟ, ਜਿਨ੍ਹਾਂ ਨੂੰ ਕੈਪੀਟਲ ਕਹਿ ਲਓ ਕੁਝ ਇਸ ਰੂਪ ਦੇ ਵਿੱਚ ਕਿਹਾ ਜਾਂਦਾ ਸੀਗਾ। ਗੁਰੂ ਅਮਰਦਾਸ ਸਾਹਿਬ ਨੇ 22 ਮੰਜੀਆਂ ਤੇ 52 ਪੀੜੇ ਸਥਾਪਿਤ ਕੀਤੇ, ਬਿਲਕੁਲ ਪ੍ਰਚਾਰ ਕੇਂਦਰ, ਸਟੇਟ ਵਿਦ ਇਨ ਸਟੇਟ ਬਿਲਡ ਕਰ ਦਿੱਤੀ ਅਧਿਆਤਮੀ ਤਲ ਦੇ ਉੱਤੇ। ਮਨੁੱਖਵਾਦੀ ਦੁਨੀਆ ਜਿਹੜੀ ਆ ਉਸ ਵੈਲਿਊ ਦੇ ਉੱਤੇ ਖੜੀ ਹੋਏਗੀ, ਇੱਕ ਕਮਿਊਨਿਟੀ ਉਹਨੂੰ ਬਿਲਡ ਕਰਨ ਵਾਸਤੇ। ਇਸ ਨੂੰ ਫਿਰ ਗੁਰੂ ਰਾਮਦਾਸ ਸਾਹਿਬ ਨੇ ਥੋੜਾ ਚੇਂਜ ਕੀਤਾ, ਇਹਨੂੰ ਮੋਡੀਫਿਕੇਸ਼ਨ ਵਿੱਚ ਲਿਆਂਦਾ ਜਦੋਂ ਉਹਨਾਂ ਨੇ ਮਸੰਦ ਸਿਸਟਮ ਲੈ ਆਂਦਾ। ਉਹਦਾ ਮਸੰਦ ਦਾ ਮਤਲਬ ਹੀ ਇਹ ਹੁੰਦਾ ਸੀਗਾ ਜਿਹੜਾ ਗੁਰੂ ਦੀ ਮਸਨਦ ਲੈ ਕੇ ਚੱਲਾ ਹੈ, ਗੁਰੂ ਦੀ ਸ਼ਮਾ ਲੈ ਕੇ ਤੁਰ ਰਿਹਾ ਹੈ, ਗੁਰੂ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਸੋ ਇਸ ਰੂਪ ਵਿੱਚ ਬਾਤ ਆਈ, ਵਕਤ ਪਿਆ, ਉਹ ਜਿਹੜਾ ਮਸੰਦ ਨਿਜ਼ਾਮਤ ਸਥਾਪਿਤ ਕੀਤੀ, ਉਹਦੇ 'ਚ ਕਰਪਸ਼ਨ, ਕਿਉਂਕਿ ਇਹ ਪੋਸੀਬਿਲਿਟੀ ਹੈ, ਬੀਜ ਵਟਕ ਮੈਂ ਰਵ ਰਹੋ ਜਾਂ ਕੋ 3 ਲੋਕ ਵਿਸਥਾਰ। ਅੱਜ ਲੋਕੀ ਬੜੀ ਗੱਲਾਂ ਕਰਦੇ, ਉਹ ਇੰਡੀਅਨ ਸੋਸਾਇਟੀ ਕਰਪਟ ਹੋ ਗਈ, ਕਰਪਸ਼ਨ ਬਹੁਤ ਹੈ ਜੀ, ਦੇਰ ਆਰ every department is bribe taker, you know, we cannot go away from these kind of weaknesses। ਭਾਈ ਅੱਜ ਦੀ ਗੱਲ ਨਹੀਂ ਹੈ, ਬਾਣੀ ਪੜੋਗੇ ਪਤਾ ਲੱਗੇਗਾ। ਮਹਾਰਾਜ ਕਹਿੰਦੇ
ਕਾਜ਼ੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਏ। ਕਾਜ਼ੀ ਜੁਡੀਸ਼ਰੀ ਡਿਪਾਰਟਮੈਂਟ ਦਾ ਹਾਈਐਸਟ ਅਹੁਦਾ ਆ, ਆਫਿਸਰ। ਜਿੱਥੇ ਜੱਜ ਹੀ ਬ੍ਰਾਈਬ ਟੇਕ ਕਰਿਆ, ਰਿਸ਼ਵਤ ਖੋ ਰਿਹਾ, ਸੁਸਾਇਟੀ ਕੈਸੀ ਹੋਏਗੀ? ਵੱਡੀ ਲੈ ਕੇ, ਵੱਡੀ ਲੈਣੀ ਕੀ ਹੁੰਦੀ ਹੈ? ਮਤਲਬ ਜਿਹੜੀ ਚੀਜ਼ ਉਸ ਨੂੰ ਸੂਟੇਬਲ ਨਹੀਂ ਹੈਗੀ, ਉਹਨੂੰ ਸੋਭਦੀ ਨਹੀਂ ਗੀ, ਮਤਲਬ ਇਹ ਕ੍ਰਾਈਮ ਇਹ ਉਸ ਸਮੇਂ ਤੋਂ ਹੋ ਰਿਹਾ। ਕਿਤੇ ਮਹਾਰਾਜ ਬਿਆਨ ਕਰਦੇ ਕਿ ਇਸ ਸਮਾਜ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲੋਕੀ ਅੱਜ ਕੱਲ੍ਹ ਮਾਲ ਮਹਿਕਮੇ ਦੀ ਬੜੀਆਂ ਗੱਲਾਂ ਕਰਦੇ। ਬਾਬਾ ਕਬੀਰ ਜੀ ਦੇ ਬਚਨਾਂ ਨੂੰ ਪੜ੍ਹੀਏ, ਉਹ ਕਹਿੰਦੇ ਕਿ ਵੀ ਹੇ ਰੱਬ ਜੀ, ਮੇਰੇ ਹਾਲਤ ਉਹ ਬਣੀ ਪਈ, ਨਵਕਾਰਾਂ ਨੇ ਕਰ ਦਿੱਤੀ। ਲੋਗਾ ਮੁਕੋ ਨੀਤ ਡਸੈ ਪਟਵਾਰੀ, ਜਿਵੇਂ ਪਟਵਾਰੀ ਨਿਤ ਡਸਦਾ ਨਾ, ਆ ਕੇ ਨਿਤ ਹੀ ਸੱਪ ਡੰਗ ਮਾਰਦਾ, ਉਹ ਹਰ ਵਕਤ ਜਿਹੜਾ ਲਟੇਰਾ ਬਣ ਕੇ ਲੁੱਟਦਾ ਹੀ ਰਹਿੰਦਾ, ਛਾਤੀ ਤੇ ਬੈਠਾ ਰਹਿੰਦਾ, ਡਰ ਬਣਿਆ ਰਹਿੰਦਾ ਉਹਦਾ। ਇਹ ਹਾਲਤ ਇਹਨਾਂ ਵਕਾਰਾਂ ਨੇ ਮੇਰੀ ਕਰਤੀ ਹੈ। ਮਤਲਬ ਇਹਨਾਂ ਮਹਿਕਮਿਆਂ 'ਚ ਜੇ ਇਹ ਚੀਜ਼ਾਂ ਮੌਜੂਦ ਸੀ ਉਸ ਰੂਪ ਦੇ 'ਚ, ਇਹ ਹਜ਼ਾਰਾਂ ਸਾਲਾਂ ਦੀ ਐਕਸਰਸਾਈਜ਼ ਰਹੀ, ਤੇ ਓਵਰਨਾਈਟ ਚੀਜ਼ਾਂ ਨਹੀਂ ਸੁਧਰਦੀਆਂ। ਇਹਨਾਂ ਨੂੰ ਤੇ ਬੜੀ ਇਹਨਾਂ ਨੂੰ ਵਾਰ-ਵਾਰ ਰਿਫਾਰਮ ਕਰਨੇ ਪੈਂਦੇ, ਸੁਧਾਰ ਕਰਨਾ ਪੈਂਦਾ, ਇਹਨਾਂ ਦੇ ਗੁੰਝਲਾਂ ਕੱਢਣੀਆਂ ਪੈਂਦੀਆਂ, ਫਿਰ ਅਕਾਊਂਟੇਬਿਲਿਟੀ ਲਿਆਉਣੀ ਪੈਂਦੀ, ਫਿਰ ਅੱਗੇ ਲੈਵਲ 'ਤੇ ਜਾ ਕੇ ਉਹਦੇ ਵਿੱਚ ਟਰਾਂਸਪੇਰੈਂਸੀ ਲਿਆਉਣੀ ਪੈਂਦੀ ਹੈ। ਸਭ ਚੀਜ਼ਾਂ ਹੁੰਦੀਆਂ। ਅਸੀਂ ਅਜੇ ਆਪਣੇ ਗੁਰਮਤਿ ਇੰਸਟੀਟਿਊਸ਼ਨਸ ਦੀ ਵੀ ਗੱਲ ਕਰੀਏ, ਜਿਹਦੇ 'ਚ ਸਾਡਾ ਇੱਕ ਵੱਡਾ ਵਿਸ਼ਵਾਸ ਆ, ਉਹਦੇ ਨਾਲ ਵੀ ਅਸੀਂ ਇਸ ਚੀਜ਼ 'ਤੇ ਬਿਲਕੁਲ ਜਿਹੜਾ ਐਫਰਟ ਨਹੀਂ ਪਾ ਰਹੇ, ਉਹਨਾਂ ਨੂੰ ਟਰਾਂਸਪੇਰੈਂਟ ਕਰਨ ਵਾਸਤੇ, ਉਹਨਾਂ ਨੂੰ ਅਕਾਊਂਟੇਬਲ ਬਣਾਉਣ ਵਾਸਤੇ। ਇਹ ਚੀਜ਼ਾਂ ਇਸ ਲੈਵਲ 'ਤੇ ਨਹੀਂ। ਇਹਦਾ ਪਿੱਛੇ ਜਾ ਕੇ ਦੇਖੀਏ ਤੇ ਫੈਮਿਲੀ ਦੇ ਵਿੱਚ ਵੀ ਅਸੀਂ ਕਿਸੇ ਵੈਲਿਊ ਸਿਸਟਮ ਨੂੰ ਅਡਾਪਟ ਕਰਕੇ, ਜਿਵੇਂ ਗੁਰੂ ਸਾਹਿਬ ਨੇ ਸਿਸਟਮ ਦੀ ਬਾਤ ਕੀਤੀ, ਉਹਦੇ ਤੋਂ ਭੱਜ ਰਹੇ ਹਾਂ। ਜੇ ਅਕਾਊਂਟੇਬਿਲਿਟੀ ਦੀ ਗੱਲ ਹੋਏਗੀ ਪਰਿਵਾਰ ਦੇ ਵਿੱਚ, ਫਿਰ ਹੌਲੀ ਸਮਾਜ ਦੇ ਵਿੱਚ, ਤੇ ਕਿਵੇਂ ਨਾ ਨਿਜ਼ਾਮਤ ਸੈੱਟ ਹੋਏਗੀ, ਕਿਵੇਂ ਨਾ ਚੀਜ਼ਾਂ ਜਿਹੜੀਆਂ ਨੇ ਉਹ ਸਾਫ਼ ਗੋ ਹੋਣਗੀਆਂ। ਖੈਰ, ਬਾਤ ਜਿਸ ਰੂਪ ਵਿੱਚ ਕਰਨ ਲੱਗੇ ਸੀਗੇ, ਮਸੰਦ ਵਕਤ ਪਾ ਕੇ ਇਤਨੀ ਕਰਪਟ ਸੰਸਥਾ ਬਣ ਗਈ, ਗੁਰੂ ਸਾਹਿਬ ਨੇ ਕੰਪਲੀਟਲੀ ਐਲੀਮੀਨੇਟ ਕਰ ਦਿੱਤੇ। ਤੇ ਉਸ ਤੋਂ ਬਾਅਦ ਇਹ ਮਸੰਦ ਵਰਡ ਜਿਹੜਾ ਹਾਈਐਸਟ ਰਿਸਪੈਕਟ ਦਾ ਇੱਕ ਤਰ੍ਹਾਂ ਦਾ ਬਾਇਸ ਸੀਗਾ। ਅੱਜ ਸਾਡੀ ਦੁਨੀਆ ਦੇ ਵਿੱਚ ਕੋਈ ਬੰਦਾ ਹੋਏ ਜਿਹੜਾ ਬਹੁਤ ਧਾਰਮਿਕ ਤੌਰ 'ਤੇ ਵਿਖਾਵਾ ਕੁਛ ਕਰੇ ਤੇ ਧਾਰਮਿਕ ਤੌਰ 'ਤੇ ਕਰਪਟ ਹੋ ਜਾਏ, ਤਾਂ ਅਸੀਂ ਕਹਿੰਦੇ ਹਾਂ ਵੀ ਇਹ ਮਸੰਦ ਹੈ ਅਸਲ ਦੇ ਵਿੱਚ। ਇਨ ਬਿਨ ਮਹੰਤ ਨਰਾਇਣ ਉਦਾਸ ਜਾਂ ਨਰਾਇਣ ਉਦਾਸ ਨੂੰ ਯਾਦ ਕਰਦੇ ਹਾਂ ਅਸੀਂ ਉਸ ਰੂਪ ਦੇ ਵਿੱਚ। ਬੜਾ ਰਿਸਪੈਕਟਡ ਵਰਡ ਸੀਗਾ। ਜਿਹੜੇ ਗੁਰੂ ਮਹਾਰਾਜ ਜੀ ਦੀ ਸੰਸਥਾਵਾਂ ਦੇ ਨਾਲ ਜੁੜੀ ਹੋਈ ਜਿਹੜੀ ਜ਼ਮੀਨ ਜਾਇਦਾਦ ਸੀਗੀ, ਉਹਦੀ ਕਸਟਡੀ ਹੁੰਦੀ ਸੀ ਜਿਨ੍ਹਾਂ ਦੇ ਕੋਲ, ਜਿਹੜੇ ਕਸਟੋਡੀਅਨ ਸੀਗੇ ਉਹ ਲੋਕ। ਤੇ ਵਕਤ ਪਾ ਕੇ ਕੈਸਾ ਮਾਹੌਲ ਬਣਿਆ, ਕਿਆ ਮਹੰਤ, ਓ ਹੋ ਇਹ ਤੇ ਬਹੁਤ, ਇਹ ਤੇ ਲਫ਼ਜ਼ ਹੀ ਮਾੜਾ ਉਸ ਰੂਪ ਵਿੱਚ ਆ ਗਿਆ। ਉਹਦੇ ਜੋ ਉਹਦਾ ਤਸੱਵੁਰ ਸੀਗਾ, ਮਨੁੱਖਾਂ ਨੇ ਜਿਸ ਕਿਸਮ ਦਾ ਵਿਹਾਰ ਕੀਤਾ, ਕਿਰਦਾਰੀਅਤ ਸਥਾਪਿਤ ਕੀਤੀ, ਉਹਦੇ ਨਾਲ ਉਹ ਲਫ਼ਜ਼ ਦੇ ਮਾਇਨੇ ਬਿਲਕੁਲ ਬਦਲ ਗਏ। ਉਹ ਰਿਸਪੈਕਟ ਤੋਂ ਲੋਅਰ ਲੈਵਲ 'ਤੇ ਆ ਗਿਆ। ਇਨ ਬਿਨ ਹੋਰ ਬਹੁਤ ਸਾਰੇ ਵਰਡ ਨੇ। ਆਈ ਕੈਨ ਐਕਚੁਅਲੀ ਕੀਪ ਔਨ ਟਾਕਿੰਗ ਔਨ these kind of words। ਜੇ ਆਪਾਂ ਭਾਰਤੀ ਖਿੱਤੇ ਦੀ ਬਾਤ ਕਰੀਏ ਤੇ ਆਪ ਇੱਕ ਵਰਡ ਅਜੇ ਤੱਕ ਵੀ ਲੋਕੀ ਕਹਿੰਦੇ ਨੇ, ਕਈ ਵਾਰੀ ਸਾਡੇ ਪੰਜਾਬ ਦੇ ਵਿੱਚ ਵੀ ਬੱਚਿਆਂ ਨੂੰ ਮਾਵਾਂ ਸਲਾਹੁਣ ਲੱਗਿਆਂ, ਜਿੱਥੇ ਰਾਜੇ, ਜਿੱਥੇ ਹੋਰ ਬਹੁਤ ਸਾਰੇ ਵਰਡ ਯੂਜ਼ ਕਰਦੇ, ਪੁੱਤ, ਬੇਟਾ, ਉੱਥੇ ਬਾਬੂ ਵਰਡ ਵੀ ਯੂਜ਼ ਕਰ ਲਿਆ ਜਾਂਦਾ, ਬਾਬੂ। ਜਾਂ ਵੈਸੇ ਵੀ ਬੜਾ ਮਤਲਬ ਜੇ ਕੋਈ ਕਲੈਰੀਕਲ ਡਿਵੀਜ਼ਨ ਵਿੱਚ ਕੰਮ ਕਰਨ ਵਾਲੇ ਲੋਕ ਮੋਸਟਲੀ ਨੂੰ ਬਾਬੂ ਕਿਹਾ ਜਾਂਦਾ। ਜੇ ਆਪਾਂ ਇਸ ਸ਼ਬਦ ਦੇ ਪਿੱਛੇ ਦੇਖੀਏ ਤੇ ਪਤਾ ਲੱਗਦਾ ਹੈ ਕਿ ਜਦੋਂ ਬ੍ਰਿਟਿਸ਼ ਕਲੋਨੀਅਲ ਸਿਸਟਮ ਸਟੈਬਲਿਸ਼ ਹੋ ਰਿਹਾ ਪਲਾਸੀ ਦੀ ਲੜਾਈ ਤੋਂ ਬਾਅਦ, ਤਾਂ ਉੱਥੇ ਫਿਰ ਅੰਗਰੇਜ਼ ਜਿਨ੍ਹਾਂ ਨੇ ਉੱਥੇ ਅਫਸਰਸ਼ਾਹੀ ਚਲਾਉਣੀ ਹੈ, ਉਹਨਾਂ ਨੂੰ ਟ੍ਰੇਨਡ ਕੀਤਾ ਜਾ ਰਿਹਾ। ਤੋ ਟ੍ਰੇਨਡ ਕਰਨ ਵਾਸਤੇ ਸਟਾਫ ਬਕਾਇਦਾ ਤੌਰ 'ਤੇ ਰੱਖਿਆ ਜਾ ਰਿਹਾ ਹੈ। ਉੱਥੇ ਇੱਕ ਜਿਹੜੀ ਉਰਦੂ ਜ਼ਬਾਨ ਜਾਂ ਹਿੰਦਕੀ ਜ਼ਬਾਨ ਹੈ ਉਹ ਪੜ੍ਹਾਈ ਜਾ ਰਹੀ ਹੈ। ਅਤੇ ਉਹ ਕਿਉਂਕਿ ਲੈਂਗੁਏਜ ਸਿੱਖਣ ਦੇ ਤਾਂ ਮਾਹਰ ਸੀਗੇ ਹੀ, ਉਹਨਾਂ ਦੀ ਕੈਂਬਰਿਜ ਡਿਪਾਰਟਮੈਂਟ ਹੀ ਲੈਂਗੁਇਸਟਿਕ ਡਿਪਾਰਟਮੈਂਟ ਸੀਗਾ ਸਾਰਾ। ਅਤੇ ਉਹਦੇ ਵਿੱਚੋਂ ਜਦੋਂ ਸਭ ਚੀਜ਼ਾਂ ਚੱਲ ਰਹੀਆਂ ਅਤੇ ਉਹਨਾਂ ਨੂੰ ਕਿਉਂਕਿ ਫਾਰਸੀ ਤੇ ਵਿੱਚ ਹਿੰਦੁਸਤਾਨੀ ਭਾਸ਼ਾ ਦਾ ਰੰਗਤ ਪਾ ਕੇ ਸਮਝਾਇਆ ਜਾ ਰਿਹਾ ਸੀਗਾ, ਅਤੇ ਉਹਨਾਂ ਨੂੰ ਸਿਖਾਈ ਜਾ ਰਹੀ ਆ। ਉਸ ਉਰਦੂ ਜ਼ਬਾਨ ਦੇ ਵਿੱਚ ਜਿਹੜਾ ਬਾ ਲਫ਼ਜ਼ ਆ, ਇਹ ਐਜ਼ ਏ ਐਡਜੈਕਟਿਵ ਕੰਮ, ਐਜ਼ ਏ ਪ੍ਰੀਫਿਕਸ ਕੰਮ ਕਰਦਾ ਆ ਅਗੇਤਰ ਦੇ ਤੌਰ 'ਤੇ। ਜਿਵੇਂ ਬਾ ਮੁਲਾਹਜ਼ਾ, ਬਾ ਇੱਜ਼ਤ, ਇਸ ਰੂਪ ਦੇ ਅੰਦਰ। ਅਤੇ ਜੇ ਆਪ ਨੂੰ ਪਤਾ ਹੋਏ, ਬੰਗਾਲ ਦੇ ਵਿੱਚ ਅਜੇ ਤੱਕ ਵੀ ਜਿਹੜੇ ਰਿਕਸ਼ੇ ਨੇ ਉਹ ਬੰਦਾ ਅੱਗੇ ਪਕੜ ਕੇ ਐਵੇਂ ਖਿੱਚਦਾ ਆ,
मतलब पैडल मार के साइकिल की तरह नहीं चलाते, अगे बंदा एक या दो जने लगते तो भजदे बग्गी तो पिछे बैठ जाता। तो ये कल्चर उत्थे नवाब उस समय तो नवाबां ते जगीरदारां दे समय तो सीगा, क्योंकि उन्होंने गुलाम बना के अगे लाउंदे सीगे वो। तो उन्हों का जिहड़ा किते ट्रॉपिकल वैदर या कुछ फूड इनटेक जिहड़ी मोस्टली क्योंकि वो नहर दे नेड़े है, उहदे हुगली ते उस जिहड़ा ओशन है सारा बंगाल दी खाड़ी वाला वो सारा, तो उहदे चों सी फूड आउंदा है। हुण बंदे दी खुराक भी एवें दी होए, वैदर गर्म होए, ट्रॉपिकल वैदर होए, तो उस तो बाद वो बग्गी खिच्चे तो उन्हें पसीना तो बहुत आएगा, तो पसीने दे विचों ड्यू टू सी फूड एंड अदर एक्चुअली टाइप ऑफ फूड उहदे चों सड़हांद भी आएगी, बॉडी जिहड़ा हैगा बॉडी ऑर्डर भी आएगा उस रूप दे विच। ते फिर अंग्रेज़ पिछे बैठा होया वो बंगाली जदों खिंचदा बग्गी तो उन्होंने फिर आवाज़ दे के कहिंदा वैल डन बाबू। उहदा कहण दा मतलब यह है बा प्लस बू, बू बदबू नूं कहा गया, बा जिहदे नाल बदबू जुड़ी हुई है, बाबू भाव हे बदबू मारन वाले बहुत वधिया कर रहे हैं। तो क्योंकि वो अंग्रेज़ दे मूँह चों निकलिया, वो सोचा गया ये बड़ी वडियाई वाली गल है, बाबू, ये बाबू वर्ड ही प्रचलित हो गया इस रूप दे विच। जितना बंगाली क्लैरिकल डिवीजन काम करता सब नूं बाबू बाबू। उस तो बाद लगातार ये बारे सोचिया ही नहीं गया कि वर्ड आया कित्थों, ये रूट्स कित्थों आ रहे हैं। इहो जे बहुत शब्द ने जिन्हां दे प्रयोग जदों देखे नहीं गए, उन्होंने या अपना लिया गया या उन्हां दे जिन्हां दे नावां नाल लगे उन्हां दा किरदार देखिया तो उन्हां दी वैल्यू घट गई उस रूप दे विच। इन बिन शब्द निरंकार ते निरंकारी शब्द जिहड़ा आ आपां सिੱਖੀ आशे च देखिए तो जो पहला आनंद मैरिज एक्ट बनता आ उहदे पिछे जिहड़ा सैक्ट सीगा उस वक्त निरंकारी संप्रदा दा बाबा हराज जी वगैरह, इन्हां दा बड़ा वड्डा कंट्रीब्यूशन सीगा। रावलपिंडी दे आले दुआले दे जिहड़ियां पहलियां धर्म सिंह सभावां स्टैबलिश होंदियां उन्हां दे पिछोकड़ दे विच इसे सैक्ट विचों जिहड़े अपने आप निरंकारी क्लेम करदे सीगे वो रूप दे विच शख्सियतां आईयां। वक्त पा के क्योंकि जिवें बात की कि एक तरह दे नाल पूरा मुहाज बदल गया, तो उस जगह ते 70वें तक आउंदियां आउंदियां निरंकारी सैक्ट जिहड़ा सीगा आ गया, जिथे वो बिल्कुल सिੱਖੀ ते गुरु ग्रंथ साहब ते गुरबाणी की बरखिलाफत दे विच उस तरीके नाल आके खड़ा हो गया, बल्कि बिल्कुल पंजाब ते पंजाब की तरबीयत के खिलाफ आ गया। सो उस तो बाद असी हम काम करके वर्ड यूज़ करने भी भाई ये जिहड़ा हैगा आ ये सैक्ट निरंकारी नहीं नरकाधारी है, इस रूप में भी कहा जाता कई बारी, पर एक्चुअली वर्ड अजे भी वो यूज़ करते इस तरीके ना। इत्थे जिहड़ा बचन आ रहा है हाँ वारी ज्यों वारी निरंकारी नाम ध्यावणिया, गुरु रामदास साहब ओहदी बात करते जिन्हें गुरु नानक साहब ने निरंकार के रूप में बयान किया। इनू होर सरल भाव में बयान करते हैं कि निरंकार के मायने समझिए। गुरु साहब की आमद तो पहला कुछ लफज भारतीय लिटरेचर से सानू मिल जाते हैं, जिमें आकार मकार साकार निराकार। निरंकार नहीं मिलता, निरंकार इट्स ए कंप्लीटली न्यू इन्वेंशन, क्योंकि रब नूं शक्लो सूरत तो बिना देखना निराकार रूप विच, रब नूं आकार बना के देखना मूर्ति के रूप दे विच, इहो जिहियां डिविजनस रहियां उत्थे। पर एक ऐसी सुरत जिहदे च क्या गया निरंकार। अंक लफज जिहड़ा विच पाउणा, अंक दा मतलब ही हुंदा गिणती मिणती, किसी चीज़ नूं किसी रूप दे विच एक तरह दे नाल कैलकुलेट करन दी एबिलिटी लै आउणी। बाबा जी ने यह बयान किया कि ना धरती के आले दुआले का मंडल जिन्हों असीं यूनीवर्स ब्रह्मंड कह लीए या दा कोई हिस्सा या इनू बनाने वाली जो हस्ती है, ये साडी कैलकुलेशन तो परे है। ईवन असी टाइम नू भी कैलकुलेट करते हैं, काल नू असी टाइम नू कैलकुलेट करते हैं। 24 आवर्स की बनी हुई जिहड़ी यूनीवर्सल खास करके क्लॉक सिस्टम है उहदे च असी चलते हैं। टाइम जोन्स जिमें बनाइया ने ब्रिटिश कलोनीअल सिस्टम के नाल ही सब बनया, तो उन्होंने एक्सैप्ट कर लिया गया। उहदे नाल ही फिर जिहड़ा आ जिन्हों असी ईसवी कैलेंडर कह दिंने आ, वो कैलेंडर प्रयोग में लिया गया। सब चीज़ां होईयां उस रूप दे विच। हालांकि दी कैलकुलेशन प्रॉपरली नहीं हो सकती, इसे करके हर 4 साल तो बाद एक महीने च एक दिन वधाया जाता, क्योंकि कैलकुलेशन सैट बिठाउण लई। पर ये बावजूद भी जिहड़ी लंबे रूप में देखा जाएगा तो एक समा ऐसा आएगा इन्हूं दोबारा रिकैलकुलेट करना पएगा।
क्योंकि भावें ये पता है सानू कि धरती स्पिन करती है, सूरज के दुआले जिहड़ा हैगा घुमदी है, सब चीज़ां हुंदियां ने, पर उस चक्कर की एग्जैक्ट कैलकुलेशन ये साइंटिफिक साइड तो मैं पॉसीबल नहीं गी। ਉਹਦੇ ਵਿੱਚ ਫਿਰ ਕੁਝ ਕਾਣ ਹੈ, ਕੁਝ ਫਰਕ ਆ। ਇਹ ਕਰਤਾਰੀ ਕੁਦਰਤ ਦੇ ਇਹ ਆਸ਼ੇ 'ਚ ਚੀਜ਼ ਪਈ ਹੈ। ਬੰਦਾ ਆਪਣੇ ਆਪ ਵਿੱਚ ਅਧੂਰਾ ਆ, ਉਹ ਕਰਤਾਰ ਹੀ ਪੂਰਾ ਆ, ਤੇ ਉਸ ਪੂਰੇ ਦੀ ਬਾਤ ਨੂੰ ਅਧੂਰਾ ਪਕੜ ਨਹੀਂ ਸਕਦਾ, ਕਲੇਮ ਕਰ ਸਕਦਾ। ਇਸ ਲਈ ਸਾਡੇ ਘਰ ਦੇ ਵਿੱਚ ਜਿਹੜੀਆਂ ਆਈਡੀਓਲੋਜੀਜ਼ ਤੇ ਫਲਸਫੇ ਵੀ ਹੁੰਦੇ ਨੇ, ਮਨੁੱਖਾਂ ਦੀ ਦੁਨੀਆ ਕਰ ਰਿਹਾ ਮੈਂ, ਇਹਦੇ ਵਿੱਚ ਤਬਦੀਲ ਹੁੰਦੇ ਨੇ, ਬਦਲਾਅ ਆਉਂਦਾ ਆ। ਬੰਦਾ ਵਕਤ ਦੇ ਨਾਲ ਆਪਣੇ ਆਪ ਨੂੰ ਇੰਪਰੂਵ ਕਰਦਾ, ਬੀਤੇ ਦੀ ਗੱਲ ਦੇ ਉੱਤੇ ਫਿਰ ਉਹਨੂੰ ਅਹਿਸਾਸ ਹੁੰਦਾ ਕਿ ਨਹੀਂ ਆਪਾਂ ਉਦੋਂ ਠੀਕ ਨਹੀਂ ਸੀਗੇ, ਇੱਥੇ ਹੁਣ ਠੀਕ ਆ। ਸੱਚ ਇਹ ਹੈ ਅਸਾਂ ਲਗਾਤਾਰ ਬਦਲਣਾ ਹੈ। ਕਿਉਂ? ਕਿਉਂਕਿ ਜਿਹੜੀ ਕਾਇਨਾਤ ਤੇ ਕਾਇਨਾਤ ਸਿਰਜਣ ਵਾਲਾ ਆ, ਬਦਲਾ ਉਹਦੀ ਜਾਤ ਆ। ਇਹਨੂੰ ਸਾਹਿਬ ਨੇ ਬਿਆਨ ਕੀਤਾ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਸੋ ਨਿਰੰਕਾਰ, ਸਾਡੀ ਕੈਲਕੂਲੇਸ਼ਨ ਉਹਦੇ ਸਾਹਮਣੇ ਛੋਟੀ ਰਹੇਗੀ ਹਮੇਸ਼ਾ। ਇਸ ਨੂੰ ਤੁਸੀਂ ਜਪਜੀ ਸਾਹਿਬ ਵਿੱਚ ਪੜ੍ਹਦੇ ਹੋ, ਜਦੋਂ ਪੜ੍ਹਦੇ ਆ ਅਸੰਖ ਦੀਆਂ ਪੌੜੀਆਂ, ਬਾਬਾ ਜੀ ਕਹਿੰਦੇ ਅਸੀਂ ਕੌਣ ਹੁੰਨੇ ਆ ਗਿਣਤੀ ਮਿਣਤੀ ਕਰਨ ਵਾਲੇ। ਹਾਲਾਂਕਿ ਅੱਜ ਦਾ ਸਮਾਜ ਡਾਟਾ ਬੇਸਡ ਆ, ਜਿੰਨੀ ਰਿਸਰਚ ਸਭ ਕੁਝ ਡਾਟਾ ਤੇ ਖੜੀ ਹੈ, ਸਭ ਕੈਲਕੂਲੇਸ਼ਨ ਤੇ ਖੜੀ ਹੈ। ਐਲਗੋਰਿਦਮ ਦੀ ਦੁਨੀਆ ਜਿਹਨੂੰ ਅਸੀਂ ਅੱਜ ਕੱਲ੍ਹ ਨੈਟ ਦੀ ਦੁਨੀਆ, ਕੰਪਿਊਟਰ ਦਾ ਵਰਲਡ, ਇਹ ਸਭ ਕੁਝ ਕਹਿੰਦੇ ਆ, ਇਹ ਸਭ ਗਿਣਤੀ ਮਿਣਤੀ ਤੇ ਖੜਾ ਆ। ਪਰ ਇਹ ਸਾਰੀ ਗਿਣਤੀ ਮਿਣਤੀ ਕਿਸੇ ਇੱਕ ਖਲਾ ਦੇ ਵਿੱਚ ਹੀ ਪਈ ਹੋਈ ਹੈ। ਜੇ ਥੋੜੀ ਜਿਹੀ ਕਿਤੇ ਮਦਰ ਨੇਚਰ ਵੱਲੋਂ ਤੇ ਮਦਰ ਨੇਚਰ ਨੂੰ ਸਿਰਜਣ ਵਾਲੇ ਵੱਲੋਂ ਤਬਦੀਲੀ ਆ ਜਾਏ, ਸਾਡੀ ਸਭ ਕੈਲਕੂਲੇਸ਼ਨ ਧਰੀ ਧਰਾਈ ਰਹਿ ਜਾਂਦੀ ਹੈ। ਸੋ ਬਾਬਾ ਜੀ ਨੇ ਕਿਹਾ ਉਹ ਨਿਰੰਕਾਰ ਆ, ਤੇ ਉਸ ਨੂੰ ਅਸੀਂ ਇਕੱਲੇ ਅਕਲ ਦੇ ਲੈਵਲ ਤੇ ਦਰਿਆਫਤ ਕਰਕੇ ਪਕੜਾ ਕੇ ਅਸੀਂ ਅੰਤ ਨਹੀਂ ਪਾ ਸਕਦੇ। ਇਹ ਬਾਤ ਕੀਤੀ ਗਈ ਹੈ। ਅਧਿਆਤਮੀ ਤਲ ਤੇ ਜੀਣ ਵਾਲਾ ਬੰਦਾ ਇਸ ਚੀਜ਼ ਨੂੰ ਐਕਸੈਪਟ ਕਰਕੇ ਤੇ ਅਡਾਪਟ ਕਰਕੇ ਆਪਣੇ ਆਪ ਨੂੰ ਕਿਸੇ ਵੱਡੇ ਆਸ਼ੇ ਨਾਲ ਜੋੜਦਾ ਆ। ਤੇ ਵੱਡੇ ਆਸ਼ੇ ਦਾ ਮਤਲਬ ਕੀ ਹੈ? ਉਹ ਬਾਹਰ ਦੀ ਕੈਲਕੂਲੇਸ਼ਨ ਸਭ ਚੀਜ਼ਾਂ ਨੂੰ ਛੱਡਾ ਕੇ ਆਪਣੇ ਤੇ ਆਪਣੇ ਮਨ ਦੀ ਕੈਲਕੂਲੇਸ਼ਨ ਕਰਨੀ ਸ਼ੁਰੂ ਕਰਦਾ ਆ। ਆਪਣੇ ਆਰ ਵਕਾਰ ਕੁਰੇਦਨ ਸ਼ੁਰੂ ਕਰਦਾ, ਆਪਣੇ ਸੁਧਾਰ ਦੇ ਉੱਤੇ ਫੋਕਸ ਕਰਦਾ ਆ। ਅਦਰਵਾਈਜ਼ ਬੰਦਾ ਬਾਹਰ ਭਟਕਦਾ ਰਹਿੰਦਾ ਤੇ ਉਮਰਾਂ ਲੰਘ ਜਾਂਦੀਆਂ, ਉਨੀ ਦੇਰ ਤੱਕ ਸਮੇਂ ਦਾ ਜਿਹੜਾ ਚੱਕਰ ਬਤੀਤ ਹੋ ਜਾਂਦਾ। ਫਿਰ ਅਹਿਸਾਸ ਹੁੰਦਾ ਵੀ ਓ ਹੋ ਜੀਵਨ ਕਿਸ ਲੇਖੇ 'ਚ ਲੱਗ ਗਿਆ। ਗੁਰੂ ਮਹਾਰਾਜ ਇੱਥੇ ਬਿਆਨ ਕਰਦੇ, ਹਉ ਬਾਰੀ ਜਿਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ। ਜਿਹੜੇ ਉਹ ਨਾਮ ਧਿਆਉਂਦੇ ਜੋ ਨਿਰੰਕਾਰੀ ਹੈ, ਜੋ ਬੰਦੇ ਨੂੰ ਉਸ ਇਨਫਿਨਿਟੀ ਲੈਵਲ ਤੇ ਉਹਦੀ ਸੁਰਤ ਨੂੰ ਲੈ ਜਾਂਦਾ। ਉਹ ਕਿਸੇ ਖਾਸ ਰੂਪ ਰੇਖਾ ਦੇ ਰੱਬ ਨੂੰ ਪਕੜਨ ਦੇ ਵਾਸਤੇ ਉਹਦੇ ਪਿੱਛੇ ਸ਼ੁਦਾਈ ਨਾ ਬਣਦਾ, ਬਲਕਿ ਇੱਕ ਨਿਰਗੁਣ ਰੂਪ ਕਰਤਾਰੀ ਹਸਤੀ ਦੇ ਨਾਲ ਆਪਣੀ ਸਾਂਝ ਬਣਾਉਂਦਾ। ਇਹ ਸ਼ਬਦ ਦੀ ਜੇ ਇਹ ਲਾਈਨ ਦੀ ਵਿਆਖਿਆ ਅਗਲੀ ਲਾਈਨ ਦੇ ਵਿੱਚ ਹੋਰ ਜ਼ਿਆਦਾ ਤਰੀਕੇ ਨਾਲ ਕਰਦੇ ਸਾਹਿਬ, ਜਦੋਂ ਕਹਿੰਦੇ ਤਿਸ ਰੂਪ ਨਾ ਰੇਖਿਆ ਘਟ ਘਟ ਦੇਖਿਆ ਗੁਰਮੁਖ ਅਲਖ ਲਖਾਵਣਿਆ। ਤਿਸ ਰੂਪ ਨਾ ਰੇਖਿਆ ਘਟ ਘਟ ਦੇਖਿਆ, ਉਹਦੀ ਰੂਪ ਰੇਖਾ ਕੋਈ ਨਹੀਂ ਗਈ। ਆਪਾਂ ਨਿਤਨੇਮ ਦੀਆਂ ਬਾਣੀਆਂ ਪੜ੍ਹਦੇ ਹਾਂ, ਜਪਜੀ ਸਾਹਿਬ ਇਹ ਸਾਡਾ ਸਿਮਰਨ ਹੈ। ਜਪਜੀ ਤੋਂ ਬਾਅਦ ਅਸੀਂ ਪੜ੍ਹਦੇ ਹਾਂ ਜਾਪ। ਜਾਪ ਸ਼ਬਦ ਲੈਂਗੁਇਸਟਿਕ ਸਾਈਡ ਤੋਂ ਦੇਖੀਏ ਤੇ ਸਾਡੀ ਭਾਸ਼ਾ ਦੇ ਵਿੱਚ ਦੋ ਡਿਫਰੈਂਟ ਰੂਟਸ ਤੋਂ ਆਉਂਦਾ ਆ। ਇੱਕ ਰੂਟ ਹੈਗਾ ਆ ਬ੍ਰਿਜ ਦਾ, ਜਿਹਦਾ ਅੱਜ ਦੀ ਜ਼ਬਾਨ ਹਿੰਦੀ ਅਸੀਂ ਜਿਹੜੀ ਕਹਿਣ ਲਈ ਕਿ ਹਿੰਦੀ ਭਾਸ਼ਾ ਬੋਲਦੇ ਹਾਂ। ਐਕਚੁਅਲੀ ਹਿੰਦੀ ਆਪਣੇ ਆਪ ਵਿੱਚ ਕੋਈ ਭਾਸ਼ਾ ਨਹੀਂ, ਕਿ ਸਮਿਸ਼ਰਨ ਹੈ ਮੈਥਲੀ, ਬ੍ਰਿਜ ਤੇ ਅਵਧੀ ਦਾ। ਉਸ ਰੂਪ ਦੇ ਵਿੱਚ ਉਸ ਤਰੀਕੇ ਨਾਲ ਇੱਕ ਜਿਹੜਾ ਬਣਿਆ ਹੋਇਆ ਕਹਿ ਲਓ ਕਿ ਇੱਕ ਸਮਿਸ਼ਰਨ ਇਹ ਜ਼ਬਾਨ ਦੇ ਰੂਪ ਵਿੱਚ ਆਇਆ। ਇਹਦੇ ਵਿੱਚ ਇੱਕ ਵੱਡਾ ਹਿੱਸਾ ਉਰਦੂ ਤੇ ਫਾਰਸੀ, ਅਰਬੀ ਤੇ ਹੋਰ ਤੇ ਈਵਨ ਪੰਜਾਬੀ ਸਭ ਰੂਪ ਵਿੱਚ ਕੁਛ ਨਾ ਕੁਛ ਮਿਲਦਾ ਆ, ਪਰ ਡੋਮੀਨੇਸ਼ਨ ਇਹਨਾਂ ਤਿੰਨਾਂ ਬੋਲੀਆਂ ਦਾ ਇਹਦੇ 'ਚ ਆ ਜਾਂਦਾ ਆ। ਇਹਦੇ ਵਿੱਚੋਂ ਮੋਸਟਲੀ ਬ੍ਰਿਜ ਆ, ਤੇ ਬ੍ਰਿਜ ਵਿੱਚੋਂ ਬਹੁਤ ਸਾਰੇ ਸ਼ਬਦ ਜਿਹੜੇ ਨੇ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਵੱਡਾ ਹਿੱਸਾ ਮਿਲ ਜਾਏਗਾ, ਤੁਹਾਨੂੰ ਲਿਟਰੇਚਰ 'ਚ ਮਿਲ ਜਾਏਗਾ, ਸਾਡੀ ਰੋਜ਼ਮर्रा ਦੀ ਬੋਲੀ ਵਿੱਚ ਵੀ ਮਿਲ ਜਾਏਗਾ। ਜੇ ਤੇ ਬ੍ਰਿਜ ਵਿੱਚੋਂ ਜਾਪ ਲਫ਼ਜ਼ ਲਈਏ ਤੇ ਉਹਦਾ ਮਤਲਬ ਬਣਦਾ ਅਜਪਾ ਜਾਪ, ਲਗਾਤਾਰ ਕਿਸੇ ਚੀਜ਼ ਦਾ ਆਰਾਧਨ ਆਪਣੇ ਆਪ ਕਰਨਾ। ਇੱਕ ਦੂਸਰਾ ਲਫ਼ਜ਼ ਆਉਂਦਾ ਪ੍ਰਾਕਿਰਤ ਵਿੱਚੋਂ। ਪ੍ਰਾਕਿਰਤ ਜਿਹੜੀ ਪੰਜਾਬੀ ਦੀ ਮੌਲਿਕ ਭਾਸ਼ਾ ਹੈ, ਜਿਹਦੇ 'ਚ ਰੂਟ ਲੈਂਗੁਏਜ ਕਹਿ ਲਓ ਪੰਜਾਬੀ ਦੀ, ਇਹ ਪ੍ਰਾਕਿਰਤ ਵਿੱਚ ਜਾਂਦੇ ਆ ਤੇ ਇਹਦੇ ਵਿੱਚ ਜਾਪ ਦਾ ਅਰਥ ਬਣਦਾ ਜਾਪਣਾ, ਅਹਿਸਾਸਣਾ, ਐਕਸਪੀਰੀਅੰਸ ਕਰਨਾ। ਇਹ ਟਿਪੀਕਲ ਪੰਜਾਬੀ ਵਰਡ ਆ ਤੇ ਅਸੀਂ ਯੂਜ਼ ਵੀ ਕਰਦੇ ਹਾਂ ਇਸ ਨੂੰ। ਜਿਵੇਂ ਸਪੋਜ਼ ਆਪਾਂ ਕੈਨੇਡਾ 'ਚ ਰਹਿੰਦੇ ਹਾਂ, ਥੋੜ੍ਹੇ ਦਿਨਾਂ ਤੱਕ ਫਾਲ ਚੱਲ ਰਹੀ ਹੈ, ਵਿੰਟਰ ਆ ਜਾਏਗੀ ਤੇ ਦਰਖਤਾਂ ਦੇ ਸਭ ਪੱਤੇ ਵਗੈਰਾ ਝੜ ਜਾਣੇ ਨੇ। ਤੇ ਜੇ ਬੰਦਾ ਬਾਹਰ ਨਿਕਲੇ, ਕੋਈ ਸਾਡੇ ਘਰ ਦੇ ਅੰਦਰੋਂ
ਤੇ ਪੋਰਚ ਤੇ ਖੜਾ ਹੋਏ ਜਾਂ ਦਰਵਾਜ਼ੇ 'ਚੋਂ ਕ੍ਰਾਸ ਕਰ ਰਿਹਾ ਹੋਏ ਤੇ ਅੰਦਰੋਂ ਕੋਈ ਆਵਾਜ਼ ਮਾਰ ਕੇ ਪੁੱਛੇ ਵੀ ਬਾਹਰ ਹਵਾ ਤੇ ਨਹੀਂ ਚੱਲ ਰਹੀ, ਤੇ ਉਹ ਪੋਰਚ ਤੇ ਖੜਾ ਹੋਇਆ ਜਾਂ ਥੋੜਾ ਅੱਗੇ ਜਾ ਕੇ ਕਹੇ ਵੀ ਪਤਾ ਨਹੀਂ ਲੱਗ ਰਿਹਾ, ਕਿਉਂਕਿ ਆਲੇ ਦੁਆਲੇ ਕੋਈ ਚੀਜ਼ ਹੈ ਨਹੀਂ ਜਿਹੜੀ ਹਿੱਲਦੀ ਦਿਸੇ। ਆਪ ਵੀ ਜੈਕਟਾਂ ਮੋਟੀਆਂ ਪਾਈਆਂ ਨੇ ਉਸ ਰੂਪ ਦੇ ਵਿੱਚ। ਫਿਰ ਉਹ ਥੋੜਾ ਹੋਰ ਰੋਡ ਤੇ ਜਾ ਕੇ ਸਾਈਡ ਵਾਕ ਜਾ ਕੇ ਦੇ ਨੇੜੇ ਜਾ ਕੇ ਦੇਖ ਕੇ ਫਿਰ ਵਾਪਸ ਆਵੇ ਤੇ ਫਿਰ ਆ ਕੇ ਕਹੇ ਜਾਪਦਾ ਤੇ ਹੈ। ਇਹ ਜਿਹੜਾ ਜਾਪਣਾ ਆ ਇਹ ਹੈ ਐਕਸਪੀਰੀਅੰਸ ਕਰਨਾ। ਉਹਨੂੰ ਲੱਗਾ ਆ ਹਵਾ ਚੱਲ ਰਹੀ ਹੈ, ਜਾਪ ਰਹੀ ਹੈ। ਜਦੋਂ ਜਪ ਵਿੱਚੋਂ ਸੁਰਤ ਨਿਕਲੀ ਤੇ ਰੱਬ ਦੇ ਅਹਿਸਾਸ ਨੂੰ ਜਦੋਂ ਐਕਸਪੀਰੀਅੰਸ ਕੀਤਾ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜਾਪਿਆ ਤੇ ਜਾਪਿਆ ਕਿਵੇਂ। ਜਦੋਂ ਮੈਨੂੰ ਐਕਸਪੀਰੀਅੰਸ ਕੀਤਾ ਰੱਬ ਕਿਹੋ ਜਿਹਾ ਲੱਗਾ ਮੈਨੂੰ, ਉਹਨੂੰ ਮੈਂ ਕਿਵੇਂ ਉਹਨੂੰ ਐਕਸਪੀਰੀਅੰਸ ਕੀਤਾ, ਕਿਵੇਂ ਫੀਲ ਕੀਤਾ, ਉਹ ਫੀਲਿੰਗ ਹੈ ਸਾਰੀ ਜਾਪ ਸਾਹਿਬ। ਫਿਰ ਉਹਦੀ ਸ਼ੁਰੂਆਤ ਇੱਥੋਂ ਹੁੰਦੀ ਹੈ, ਚੱਕਰ ਚਿਹਨ ਅਰ ਬਰਨ ਜ਼ਾਤ ਅਰ ਪਾਤ ਨਹਨ ਜੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹੀਜੈ। ਇਹ ਐਕਸਪੀਰੀਅੰਸ ਕੀਤਾ ਮੈਨੂੰ ਇਹ ਅਹਿਸਾਸ ਹੋਇਆ ਕਿ ਚੱਕਰ ਚਿਹਨ ਅਰ ਬਰਨ ਜ਼ਾਤ ਅਰ ਪਾਤ ਨਹਨ ਜੇ। ਰੱਬ ਨੂੰ ਕੋਈ ਆਈਡੈਂਟੀਫਾਈ ਨਹੀਂ ਕਰ ਸਕਦਾ। ਉਹਦੀ ਜਿਹੜੀ ਮਤਲਬ ਦੁਨੀਆ ਭਰ ਦੇ ਵਿੱਚ ਜਿਹੜੀ ਸਾਡੀ ਆਈਡੈਂਟੀਟੀ ਹੈਗੀ ਏ ਉਹ ਸਾਡੇ ਚੱਕਰ ਚਿਹਨ ਤੇ ਖੜੀ ਹੈ। ਚੱਕਰ ਚਿਹਨ ਹੁੰਦੇ ਨੇ ਹੱਥ ਦੀਆਂ ਅੱਗੇ ਵਾਲੀਆਂ ਤੇ ਪਿੱਛੇ ਵਾਲੀਆਂ ਲਾਈਨਸ ਜਿਹੜੀਆਂ ਨੇ। ਅਸੀਂ ਭਾਵੇਂ ਸਾਰੇ ਮਨੁੱਖਾਂ ਨੂੰ ਦੇਖਦੇ ਹਾਂ ਵੱਖਰੇ ਵੱਖਰੇ ਲੱਗਦੇ ਨੇ, ਪਰ ਫਿਰ ਵੀ ਸ਼ਕਲਾਂ ਰਲ ਜਾਂਦੀਆਂ ਨੇ, ਆਵਾਜ਼ਾਂ ਵੀ ਰਲ ਜਾਂਦੀਆਂ ਨੇ, ਬੰਦੇ ਦਾ ਰਹਿਣ ਸਹਿਣ ਵੀ ਰਲ ਜਾਂਦਾ ਹੈ। ਜਦੋਂ ਸਿਕਿਉਰਿਟੀ ਦੀ ਗੱਲ ਆਉਂਦੀ ਹੈ ਪੂਰੀ ਦੁਨੀਆ ਦੇ ਵਿੱਚ, ਉਦੋਂ ਫਿੰਗਰਪ੍ਰਿੰਟ ਲਏ ਜਾਂਦੇ ਨੇ, ਕਿਉਂਕਿ ਇਹ ਨਹੀਂ ਮੈਚ ਕਰਦੇ ਕਿਸੇ ਦੇ, ਇਹ ਸਭ ਦੇ ਯੂਨੀਕ ਨੇ। ਇੱਥੋਂ ਹੀ ਪਤਾ ਲੱਗਦਾ ਹੈ ਇਹ ਬੰਦਾ ਕੌਣ ਹੈ, ਸ਼ਖਸ ਕੌਣ ਹੈ, ਇਹਦੀ ਪਹਿਚਾਨ ਕੀ ਹੈ। ਬਾਬਾ ਜੀ ਨੇ ਬਿਆਨ ਕੀਤਾ ਰੱਬ ਦੇ ਕੋਈ ਚੱਕਰ ਚਿਹਨ ਨਹੀਂ ਹੈ, ਕੋਈ ਪਹਿਚਾਨ ਨਹੀਂ ਹੈ ਉਹਦੀ। ਸਪੈਸੀਫਿਕ ਕੋਈ ਬੰਦਾ ਕਹੇ ਵੀ ਐਵੇਂ ਦਾ ਆ, ਇਸ ਤਰ੍ਹਾਂ ਦਾ, ਇਸ ਜਾਤ, ਇਸ ਬੰਸ, ਇਸ ਰੂਪ ਦੇ ਵਿੱਚ ਉਸਦੀ ਰੂਪ ਰੇਖਾ, ਬਾਬਾ ਜੀ ਕਹਿੰਦੇ ਸਭ ਸਾਡੀ ਆਪਣੀ ਕੈਲਕੂਲੇਸ਼ਨ ਆ। ਨਿਰੰਕਾਰ ਜੋ ਹੋਇਆ ਉਹ ਸੋ ਚੱਕਰ ਚਿਹਨ ਅਰ ਬਰਨ ਜ਼ਾਤ ਅਰ ਪਾਤ ਨਹਿਨ ਜੇ, ਉਹਦਾ ਕੋਈ ਜ਼ਾਤ ਪਾਤ ਚਿਹਨ ਨਹੀਂ ਹੈ। ਇਸ ਰੂਪ ਦੇ ਚ ਉਹਨੂੰ ਆਇਡੈਂਟੀਫਾਈ ਕੀਤਾ ਗੁਰੂ ਸਾਹਿਬ ਨੇ। ਸੋ ਇੱਥੋਂ ਪਤਾ ਲੱਗਾ ਜਿਹੜਾ ਬਚਨ ਹੈ ਤਿਸ ਰੂਪ ਨਾ ਰੇਖਿਆ, ਉਹਦੀ ਕੋਈ ਰੂਪ ਰੇਖਾ ਨਹੀਂ ਹੈ। ਉਹਨੂੰ ਇਸ ਰੂਪ ਦੇ ਵਿੱਚ ਉਸਨੂੰ ਕੋਈ ਸ਼ਖਸ ਜਿਹੜਾ ਆ ਪੋਰਟਰੇਟ ਨਹੀਂ ਕਰ ਸਕਦਾ, ਉਹਨੂੰ ਪਿਕਚਰ ਵਿੱਚ ਨਹੀਂ ਉਤਾਰ ਸਕਦਾ। ਇਸੇ ਲਈ ਸਿੱਖੀ ਆਸ਼ੇ ਦੇ ਵਿੱਚ ਸਟੈਚੂ ਵਰਸ਼ਿਪਿੰਗ ਜਿਹੜੀ ਹੈ ਅਲਾਓ ਨਹੀਂ ਹੈ। ਤੇ ਕਿਹਾ ਗਿਆ ਬੰਦੇ ਮੂਰਤੀਆਂ ਤੇਰੀ ਕਲਪਨਾ ਦੀ ਸੁਰਤ ਵਿੱਚੋਂ ਨਿਕਲਦੀਆਂ ਨੇ, ਇਸ ਕਰਕੇ ਕੀ ਕਲਪੇਗਾ ਉਸ ਨੂੰ। ਜਿਵੇਂ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਰਤੀ ਦੇ ਸ਼ਬਦਾਂ ਨੂੰ ਪੜ੍ਹਦੇ ਹਾਂ, ਜਿਹਦੇ ਸਾਹਿਬ ਜ਼ਿਕਰ ਕਰਦੇ ਨੇ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨੰਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਉਹਦੀਆਂ ਹਜ਼ਾਰਾਂ ਅੱਖਾਂ, ਉਹਦੀ ਇੱਕ ਵੀ ਅੱਖ ਨਹੀਂ, ਉਹਦੇ ਹਜ਼ਾਰਾਂ ਸਰੂਪ, ਉਹਦਾ ਇੱਕ ਵੀ ਸਰੂਪ ਨਹੀਂ। ਮੁਰਾਦ ਉਹ ਨਿਰਗੁਣ ਹੋ ਕੇ ਸਰਗੁਣ ਦੇ ਵਿੱਚ ਰਵਣ ਕਰਕੇ ਬੈਠਾ ਹੈਗਾ। ਇਹਨੂੰ ਕਿਹਾ ਤਿਸ ਰੂਪ ਨਾ ਰੇਖਿਆ, ਘੱਟ ਘੱਟ ਦੇਖਿਆ। ਉਹ ਫਿਰ ਘੱਟ ਘੱਟ ਦੇਖਿਆ, ਘੱਟ ਕਹਿੰਦੇ ਨੇ ਹਿਰਦੇ ਨੂੰ, ਜਿਹਦੇ 'ਚ ਜ਼ਿੰਦਗੀ ਘਟਤ ਹੋ ਰਹੀ ਹੈ, ਜਿਹੜਾ ਸਾਡੇ ਅੰਦਰ ਜਿਹੜਾ ਖਾਸ ਕਰਕੇ ਲਗਾਤਾਰ ਸਾਡਾ ਦਿਲ ਧੜਕ ਰਿਹਾ ਹੈ। ਸਭ ਦਿਲਾਂ ਦੇ ਵਿੱਚ ਉਹੀ ਧੜਕ ਰਿਹਾ ਇਸ ਰੂਪ ਦੇ ਵਿੱਚ। ਹੋਰ ਅਸੀਂ ਬਚਨ ਪੜ੍ਹੀਏ ਬਾਣੀ ਦੇ ਵਿੱਚ, ਵਿਆਖਿਆਨ ਰੂਪ ਦੇ ਵਿੱਚ ਮਹਾਰਾਜ ਬਿਆਨ ਕਰਦੇ ਕਿ ਏਕਮ ਏਕੰਕਾਰ ਨਿਰਾਲਾ, ਅਮਰ ਅਜੋਨੀ ਜਾਤ ਨਾ ਜਾਲਾ, ਅਗਮ ਅਗੋਚਰ ਰੂਪ ਨਾ ਰੇਖਿਆ, ਖੋਜਤ ਖੋਜਤ ਘਟ ਘਟ ਦੇਖਿਆ। ਉਹ ਅਗਮ ਅਗੋਚਰ ਸੀਗਾ, ਮੇਰੀ ਤੇ ਇੰਦਰੀਆਂ ਦੀ ਪਕੜ ਤੋਂ ਪਰੇ ਸੀਗਾ, ਪਰ ਜਦੋਂ ਮੈਂ ਖੋਜੀ ਬਣਿਆ ਤੇ ਫਿਰ ਪਤਾ ਲੱਗਾ ਹਰ ਘਟ ਵਿੱਚ ਉਹੀ ਤੇ ਧੜਕ ਰਿਹਾ ਆ, ਹੋਰ ਹੈ ਕੌਣ ਆ, ਉਹ ਆਪ ਹੀ ਤੇ ਆਪ ਆ। ਸੋ ਇਹਨੂੰ ਇਸ ਤਰ੍ਹਾਂ ਜਾਣੋ, ਰੱਬ ਦੀ ਸੇਵਾ ਮਨੁੱਖਤਾ ਦੀ ਸੇਵਾ ਆ, ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ ਆ। ਮਾਨਵ ਪੱਖੀ ਹੋ ਕੇ ਜੀਣਾ ਸਿੱਖੀ ਹੈ। ਸਿੱਖੀ ਦੇ ਪਰਿਪੇਖ ਦੇ ਵਿੱਚ ਸਭ ਨੂੰ ਸਨੇਹ ਖਲੂਸ ਮੁਹੱਬਤ ਦੇ ਉਸ ਰੂਪ ਵਿੱਚ ਦੇਖਣਾ, ਇਸ ਰੂਪ ਨੂੰ ਧਰਮ ਕਿਹਾ ਗਿਆ। ਇਹ ਜਿਹੜੀ ਬਾਤ ਮਹਾਰਾਜ ਬਿਆਨ ਕਰਦੇ, ਤਿਸ ਰੂਪ ਨਾ ਰੇਖਿਆ, ਘਟ ਘਟ ਦੇਖਿਆ, ਗੁਰਮੁਖ ਅਲਖ ਲਖਾਵਣਿਆ। ਗੁਰਮੁਖ ਗੁਰੂ ਵੱਲ ਮੂੰਹ ਕਰਕੇ ਜਦੋਂ ਅਸੀਂ ਗੁਰੂ ਆਸ਼ੇ ਮੁਤਾਬਕ ਆਪਣੇ ਆਪ ਨੂੰ ਢਾਲਣਾ ਸ਼ੁਰੂ ਕਰਾਂਗੇ, ਤੇ ਆਪਣੇ ਆਪ ਨੂੰ ਢਾਲਣਾ ਵੀ ਕੀ ਹੈ, ਆਪਣੀ ਸੋਚ ਨੂੰ ਢਾਲਣਾ ਆ। ਜਦੋਂ ਇਫ ਸਮਨ ਇਜ਼ ਰੈਡੀ ਟੂ ਲਿਵ ਹਿਜ਼ ਔਰ ਆਰ ਲਾਈਫ ਅਕੋਰਡਿੰਗ ਟੂ ਗੁਰੂਜ਼ ਸਕੂਲ ਆਫ ਥਾਟ, ਜਦੋਂ ਗੁਰੂ ਦੇ ਆਸ਼ੇ ਨੂੰ ਜੀਵਨ ਦਾ ਹਿੱਸਾ ਬਣਾ ਲਿਆ। ਜਿਵੇਂ ਸਪੋਜ਼ ਕਰੋ ਗੁਰੂ ਇਹ ਕਹਿੰਦਾ ਆ ਕਿ ਬੰਦੇ ਨੂੰ ਕਿਸੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ, ਦੁਆਇਖ ਨਹੀਂ ਕਰਨਾ ਚਾਹੀਦਾ, ਸਾੜਾ ਨਹੀਂ ਕਰਨਾ ਚਾਹੀਦਾ, ਕਿਸੇ ਦੇ ਨਾਲ ਕਿਸੇ ਕਿਸਮ ਦਾ ਵੀ ਜਿਹੜਾ ਡਿਸਕ੍ਰਿਮੀਨੇਸ਼ਨ ਆ
ਇਹ ਨਹੀਂ ਕਰਨਾ ਚਾਹੀਦਾ। ਆਪਣੇ ਰੂਪ ਨੂੰ ਜਿਹੜਾ ਜਿਵੇਂ ਇਸ ਤਰ੍ਹਾਂ ਜਾਣੋ, ਇਹਨੂੰ ਹੋਰ ਸਰਲ ਕਰਨਾ ਹੋਏ ਇਸ ਨੂੰ, ਫਿਲਾਸਫੀ ਦੇ ਵਿੱਚ ਇਹ ਗੱਲ ਕਹੀ ਜਾਂਦੀ ਕਿ ਇਫ ਯੂ ਆਰ ਏਬਲ ਟੂ ਫੀਲ ਯੂਰ ਓਨ ਪੇਨ, ਦੈਟ ਮੀਨ ਯੂ ਆਰ ਅਲਾਈਵ। ਬੰਦੇ ਨੂੰ ਜਦੋਂ ਕੋਈ ਪੀੜਾ ਹੁੰਦੀ ਨਾ, ਦਰਦ ਹੁੰਦਾ, ਤੇ ਅਕਸਰ ਅਸੀਂ ਸ਼ਿਕਾਇਤ ਕਰਦੇ ਵੀ ਓ ਹੋ ਮੈਨੂੰ ਬੜੀ ਪੀੜਾ ਹੋਈ, ਮੈਨੂੰ ਫਲਾਂ ਚੀਜ਼ ਹਰਟ ਕਰ ਗਈ, ਭਾਵੇਂ ਵੈਸੇ ਹੋਏ, ਕਿਸੇ ਦੀ ਗੱਲਬਾਤ ਹੋਏ, ਜਾਂ ਲਿਟਰਲੀ ਤੌਰ 'ਤੇ ਕੋਈ ਵੂੰਡ ਜਾਂ ਕੋਈ ਚੀਜ਼ ਹੋ ਜਾਏ। ਕਹਿੰਦੇ ਬਲੈਸਿੰਗ ਆ, ਤੁਹਾਨੂੰ ਪਤਾ ਲੱਗਦਾ ਤੁਸੀਂ ਜਿਉਂਦੇ ਹੋ। ਜਿਉਂਦੇ ਲੋਕਾਂ ਨੂੰ ਚੀਜ਼ਾਂ ਹਰਟ ਕਰਦੀਆਂ। ਮੇਨ ਟੇਕ ਇਟ ਈਜ਼ੀ, ਟੇਕ ਇਟ ਏ ਵੇ ਇਨ ਏ ਪੋਜ਼ਿਟਿਵ ਵੇ, so that you can see you are alive, you are living in this world. Living people always face these kinds of challenges. ਠੀਕ ਆ ਗਈ ਬਾਤ? ਇਹ ਹੋਈ ਕਿ ਜਦੋਂ ਤੁਸੀਂ ਆਪਣੀ ਪੇਨ ਨੂੰ ਫੀਲ ਕਰਦੇ ਹੋ, you are alive. ਜਦੋਂ ਤੁਸੀਂ ਕਿਸੇ ਹੋਰ ਦੀ ਪੇਨ ਨੂੰ ਫੀਲ ਕਰਨ ਦੇ ਕਾਬਿਲ ਹੋ ਜਾਂਦੇ ਹੋ, then you are a human being. ਤੁਸੀਂ ਮਨੁੱਖ ਬਣ ਗਏ। ਤੁਸੀਂ ਕਿਸੇ ਦੇ ਸ਼ੂਜ਼ ਵਿੱਚ ਖੜੇ ਹੋ ਕੇ ਅਹਿਸਾਸ ਕਰ ਸਕਦੇ ਹੋ ਇਹ ਦਰਦ ਕੈਸਾ ਹੋਏਗਾ, ਇਹ ਪੀੜਾ ਕੈਸੀ ਹੋਏਗੀ, ਇਹ ਵੇਦਨ ਕੈਸੀ ਹੋਏਗੀ। ਸਵਾਰਥ ਸਿੱਧੀ ਦੇ ਵਿੱਚ ਜੀਣਾ ਮਨੁੱਖ ਜਿਹੜਾ ਆ ਅਕਸਰ ਇਸ ਕਿਸਮ ਦੀ ਬਾਤ ਵਿੱਚ ਰਹਿੰਦਾ ਆ। ਜਿਵੇਂ ਆਪਾਂ ਇਸ ਤਰ੍ਹਾਂ ਦੇਖੀਏ ਕਿ ਮਨੂਵਾਦੀ ਸੋਚ ਵਾਲੇ ਰੱਖਣ ਵਾਲੇ ਅੱਜ ਉੱਥੇ ਪਾਵਰ ਦੇ ਵਿੱਚ ਨੇ, ਅਤੇ ਉਹਨਾਂ ਨੇ ਜਿਸ ਕਿਸਮ ਦਾ ਮਾਹੌਲ ਸਿਰਜਿਆ ਆ, ਕਿਸ ਨੂੰ ਨਹੀਂ ਪਤਾ ਪੂਰੀ ਦੁਨੀਆ ਦਾ। ਜਿਵੇਂ CBC ਦੇ ਕੋਈ ਰਿਪੋਰਟ ਪੜ੍ਹ ਰਿਹਾ ਸੀਗਾ, ਅਤੇ ਉਹਦੇ 'ਚ ਉਹ ਬਿਆਨ ਕਰ ਰਹੇ ਸੀ ਵੀ ਕਿਸ ਕਿਸਮ ਦਾ ਜਿਹੜਾ ਹੈਗਾ ਕਾਨੂੰਨ ਦੇ ਵਿੱਚ ਤੁਹਾਡਾ ਹਿੰਦੂ ਹੋਣਾ ਜਾਂ ਮੁਸਲਮਾਨ ਹੋਣਾ ਕਿੰਨੇ ਮਾਇਨੇ ਰੱਖਦਾ ਹੈ ਇਸ ਕਿਸਮ ਦੇ ਨਾਲ, ਕਿਉਂਕਿ ਵਰਲਡ ਵਾਈਡ ਸਟੋਰੀ ਬਣੀ 2 ਸਨ ਐਂਡ 2 ਫਾਦਰਸ ਉਸ ਰੂਪ ਦੇ ਅੰਦਰ। ਖੈਰ, ਜਿਹੜੀ ਬੇਨਤੀ ਕਰਨ ਲੱਗਾ ਸੀਗਾ, ਜੇ ਪਿਛੋਕੜ 'ਚ ਦੇਖੀਏ ਤਾਂ ਤਵਾਰੀਖ ਆਪਣੇ ਆਪ ਵਿੱਚ ਬਹੁਤ ਕੁਝ ਬੋਲਦੀ ਹੈ। ਮੈਂ ਕਈ ਵਾਰੀ ਬਿਆਨ ਕਰਦਾ ਕਿ ਇਹਦੇ ਡਿਟੇਲ 'ਚ ਗੱਲ ਕਰ ਸਕਦੇ ਹਾਂ ਕਿ ਹਿਸਟਰੀ ਦੇ 2 ਪਾਰਟ ਹੁੰਦੇ ਨੇ, ਜਿਵੇਂ 2 ਸੈਕਸ਼ਨ ਨੇ। ਵੈਸੇ ਤਾਂ ਮਲਟੀਪਲ ਸੈਕਸ਼ਨ ਬਣਾ ਲਓ, ਪਰ 2 ਸੈਕਸ਼ਨ ਬਣਦੇ ਨੇ। ਇੱਕ ਸੈਕਸ਼ਨ ਹੁੰਦਾ ਜਿਹਨੂੰ ਅਸੀਂ ਗੋਲਡਨ ਸੈਕਸ਼ਨ ਕਹਿ ਸਕਦੇ ਹਾਂ, ਸੁਨਹਿਰੀ ਪੱਖ, ਜਿਹਦੇ ਨਾਲ ਅੱਜ ਦੀ ਤਾਰੀਖ ਵਿੱਚ ਜਿਉਣ ਵਾਲਾ ਬੰਦਾ ਵੀ ਆਪਣੇ ਆਪ ਨੂੰ ਐਸੋਸੀਏਟ ਕਰਨਾ ਚਾਹੇਗਾ। ਇੱਕ ਸੈਕਸ਼ਨ ਹੁੰਦਾ ਗਾਰਬੇਜ ਸੈਕਸ਼ਨ, ਡਰਟੀ ਸੈਕਸ਼ਨ, ਜਿਹਦੇ ਨਾਲ ਬੰਦਾ ਕਹਿੰਦਾ ਵੀ ਨੋ ਆਈ ਡੋਂਟ ਵਾਂਟ ਟੂ ਬੀ ਐਸੋਸੀਏਟਡ ਵਿਦ ਦੈਟ ਕਾਈਂਡ ਆਫ ਸੈਕਸ਼ਨ ਐਟ ਆਲ। ਜਦੋਂ ਆਪਾਂ ਤਵਾਰੀਖ ਪੜ੍ਹਾਂਗੇ ਤੇ ਕੀ ਅਸੀਂ ਆਪਣੇ ਆਪ ਨੂੰ ਐਸੋਸੀਏਟ ਕਰਨਾ ਚਾਹਾਂਗੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਕਿ ਔਰੰਗਜ਼ੇਬ ਦੇ ਨਾਲ? ਡੈਫੀਨੇਟਲੀ ਪੀਪਲ ਗੋਨਾ ਸੇ no ਆਈ ਡੋਂਟ ਵਾਂਟ ਟੂ ਬੀ ਐਕਚੁਅਲੀ ਔਰੰਗਜ਼ੇਬ ਸਾਈਡ ਐਟ ਆਲ। ਇਸੇ ਕਰਕੇ ਸਾਰੀ ਤਵਾਰੀਖ ਸਭ ਕਾਸੇ ਦੇ ਉੱਤੇ, ਉਹ ਭਾਵੇਂ ਅੱਜ ਸਿੱਖੀ ਨੂੰ ਪਸੰਦ ਕਰੇ ਕੋਈ ਨਾ ਕਰੇ, ਅੱਜ ਜਿਹੜੇ ਕਲੇਮ ਕਰਦੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਆ, ਉਹਨਾਂ ਨੂੰ ਕੋਈ ਰਿਸਪੈਕਟ ਦਏ ਨਾ ਦਏ, ਪਰ ਇਹ ਜ਼ਰੂਰ ਕਹਿੰਦੇ ਵੀ ਉਹ ਤੇ ਸਾਡੇ ਸੀਗੇ, ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਹਮਾਰੇ ਥੇ। ਇਸ ਕਿਸਮ ਦੀ ਬਾਤ ਹੋ ਜਾਂਦੀ ਉਸ ਰੂਪ ਦੇ ਵਿੱਚ। ਗੱਲ ਕੀ ਹੈ? ਗੱਲ ਇਤਨੀ ਹੈ ਕਿ ਐਸੋਸੀਏਟ ਕਿਹਦੇ ਨਾਲ ਕਰਨਾ ਆਪਣੇ ਆਪ ਨੂੰ। ਇਨ ਬਿਨ ਜੇ ਅੱਗੇ ਸਮਾਂ ਜਾਏਗਾ ਤੇ ਡੈਫੀਨੇਟਲੀ ਤਵਾਰੀਖ ਕਦੀ ਝੁਠਿਆ ਥੋੜਾ ਸਕਦਾ ਕੋਈ। ਫਿਰ ਕਿਹਦੇ ਨਾਲ ਐਸੋਸੀਏਟ ਕਰੋਗੇ? ਜਿਹੜੇ ਜ਼ੁਲਮ ਕਰਦੇ ਰਹੇ ਕਿ ਜਿਹੜੇ ਜ਼ੁਲਮ ਦੇ ਖਿਲਾਫ ਖੜੇ ਰਹੇ? ਸਿੰਪਲ ਹੈ, ਇਹ ਬਹੁਤ ਔਖਾ ਨਹੀਂ ਹੈ ਸਮਾਜ ਨੂੰ, ਤੇ ਇਹੀ ਗੁਰੂ ਸਾਹਿਬ ਨੇ ਸਿਖਾਇਆ। ਜੇ ਦੇਖਿਆ ਜਾਏ ਬਾਬੇ ਨਾਨਕ ਨਾਲ ਐਸੋਸੀਏਟ ਕਰਾਂਗੇ ਕਿ ਬਾਬਰ ਨਾਲ ਐਸੋਸੀਏਟ ਕਰਾਂਗੇ? ਡੈਫੀਨੇਟਲੀ ਬੰਦਾ ਕਹੇਗਾ ਕਿ ਨਹੀਂ ਮੈਂ ਐਸੋਸੀਏਟ ਹੋਵਾਂਗਾ ਇਹਦੇ ਨਾਲ ਨਹੀਂ। ਜਿਹੜਾ ਗੁਰੂ ਆਸ਼ੇ ਮੁਤਾਬਕ ਹੋਣਾ ਹੈ ਨਾ, ਮਨੁੱਖਵਾਦੀ ਹੋਣਾ, ਬੰਦਾ ਸੋਚਦਾ ਹੈ ਕੀ ਲੋੜ ਹੈ ਮਨੁੱਖਵਾਦੀ ਹੋਣ ਦੀ। ਭਾਈ ਗੱਲ ਇਹ ਹੈ, 4 ਦਿਨ ਧਰਤੀ ਤੇ ਰਹਿਣਾ, ਕੋਈ ਵੱਧ 4 ਮਣ ਕਣਕ ਖਾ ਕੇ ਮਰ ਗਿਆ, ਕੁਝ ਘੱਟ ਖਾ ਕੇ ਮਰ ਗਏ, ਇਸ ਤਰ੍ਹਾਂ ਹੀ ਹੁੰਦਾ ਆ। ਕੋਈ 10 ਮੀਟਰ ਕੱਪੜਾ ਵੱਧ ਹੰਢਾ ਕੇ ਚਲਾ ਗਿਆ, ਕੋਈ 10 ਮੀਟਰ ਕੱਪੜਾ ਘੱਟ ਹੰਢਾ ਕੇ ਚਲ ਗਿਆ। ਸਾਡਾ ਤੇ ਉਪਦੇਸ਼ ਹੀ ਇਹ ਹੈਗਾ ਕਿ ਚਿੰਤਾ ਤਾਕੀ ਕੀਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਕੋਈ ਵੀ ਸਥਿਰ ਨਹੀਂ, ਹਰ ਕੋਈ ਹੀ ਅਨਸਰਟਨ ਆ, ਹਰ ਕਿਸੇ ਨੇ ਅਲਟੀਮੇਟਲੀ ਇੱਥੋਂ ਵਿਦਾ ਹੋਣਾ ਆ। ਸੋ ਸਮਝ ਕੇ ਇਹ ਚੱਲਿਆ ਜਾਏ ਆਪਣੇ ਆਪ ਨੂੰ ਕਿਹਦੇ ਨਾਲ ਜੋੜਨਾ ਆ। ਮਨੁੱਖਤਾ ਦਾ ਘਾਣ ਕਰਨ ਵਾਲੇ ਵੀ ਇੱਥੇ ਰਹਿਣਗੇ, ਮਨੁੱਖਤਾ ਨਾਲ ਪਿਆਰ ਕਰਨ ਵਾਲੇ ਵੀ ਇੱਥੇ ਰਹਿਣਗੇ। ਜਦੋਂ ਕੋਈ ਮਨੁੱਖਤਾ ਦਾ ਘਾਣ ਕਰੇ ਉਹਦੇ ਖਿਲਾਫ ਆਵਾਜ਼ ਚੁੱਕਣੀ, ਇਹ ਗੁਰੂ ਦਾ ਉਪਦੇਸ਼ ਹੈ। ਜਦੋਂ ਕੋਈ ਮਨੁੱਖਵਾਦੀ ਹੋ ਕੇ ਜੀਏ ਉਹਦੇ ਹੱਕ 'ਚ ਜਾਣਾ, ਇਹ ਗੁਰੂ ਦਾ ਸੰਦੇਸ਼ ਹੈ। ਇਹੀ ਰੱਬ ਦੀ ਸੇਵਾ ਆ। ਹੋਰ ਕੋਈ ਰੱਬ ਦਾ ਕੋਈ ਵੱਡਾ ਕੋਈ ਪ੍ਰਤੀਮੰਡਲ ਨਹੀਂ ਬਣਿਆ, ਕੋਈ ਵੱਖਰੀ ਦੁਨੀਆ ਨਹੀਂ ਬਣੀ ਜਿੱਥੇ ਜਾ ਕੇ ਕਿਹਾ ਜਾਏ ਕਿ ਉੱਥੇ ਰੱਬ ਸਵਰਗ ਮਿਲੇਗਾ ਤੇ ਸਭ ਚੀਜ਼ਾਂ। ਇਹ ਤੇ ਬੜਾ ਸਪਸ਼ਟ ਆ ਵੀ ਇਹ ਤੇ ਕੋਈ ਆ ਕੇ ਬਿਆਨ ਕਰੇਗਾ ਵਾਪਸ ਕਿ ਕੀ ਬਣਿਆ ਤੇ ਕੀ ਮਿਲਿਆ ਉੱਥੇ, ਤਾਂ ਹੀ ਕੋਈ ਦੱਸੇਗਾ।
ਸਾਹਿਬ ਮਹਾਰਾਜ ਕਹਿੰਦੇ ਨਿਰੰਕਾਰ ਰੂਪ ਹੈ ਉਹ, ਤਿਸ ਰੂਪ ਨਾ ਰੇਖਿਆ ਘਟ ਘਟ ਦੇਖਿਆ, ਗੁਰਮੁਖ ਅਲਖ ਲਖਾਵਣਿਆ। ਜਿਹੜਾ ਗੁਰੂ ਵੱਲ ਮੂੰਹ ਕਰਦਾ ਉਸ ਅਲਖ ਨੂੰ ਵੇਖ ਲੈਂਦਾ, ਤੇ ਉਸ ਅਲਖ ਨੂੰ ਵੇਖਦਾ ਹੋਇਆ ਉਹ ਜੀਵਨ ਦੇ ਹਾਇਰ ਲੈਵਲ ਦੀ ਜਿਹੜੀ ਉਹ ਪਲੈਜ਼ਰ ਕਹਿ ਲਓ, ਖੁਸ਼ੀ ਕਹਿ ਲਓ, ਉਹਨੂੰ ਮਾਣਦਾ ਹੋਇਆ ਇਸ ਧਰਤੀ ਤੋਂ ਵਿਦਾ ਹੁੰਦਾ। ਜਿਵੇਂ ਆਪਾਂ ਅੰਗਰੇਜ਼ਾਂ ਦੀਆਂ ਲਿਖਤਾਂ ਪੜ੍ਹਦੇ ਹਾਂ, ਦਿੱਲੀ ਕੋਤਵਾਲੀ ਦੇ ਸਰਦਾਰ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਸਿੱਖ ਸ਼ਹੀਦ ਕੀਤੇ ਜਾ ਰਹੇ ਨੇ, ਤੇ ਉਹ ਅੰਗਰੇਜ਼ ਲਿਖਾਰੀ ਲਿਖਦਾ ਕਿ ਮੈਂ ਇੱਕੋ ਚੀਜ਼ ਵਾਰ-ਵਾਰ ਸੁਣੀ ਜਾ ਰਿਹਾ ਉਹਨਾਂ ਦੇ ਮੂੰਹ ਦੇ ਵਿੱਚੋਂ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸਿਉ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ, ਗੁਰੂ ਤੇਗ ਬਹਾਦਰ ਬੋਲਿਆ ਤਰਪਈਐ, ਧਰਮ ਨਾ ਛੋੜੀਐ। ਹੁਣ ਇਹ ਜਿਹੜੀ ਚੀਜ਼ ਆ ਇਹ ਉਹਨਾਂ ਦੇ ਆਸ਼ੇ 'ਚ ਪੱਕੀ ਵਸ ਗਈ। ਉਹਨੇ ਕਿਹਾ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸਿਉ ਜੋੜੀਐ। ਮਨ ਨੂੰ ਇੱਕ ਵੱਡੇ ਆਸ਼ੇ 'ਚ ਲੈ ਗਏ ਤੇ ਉਹਦੇ ਨਾਲ ਆਪਣੇ ਆਪ ਨੂੰ ਜੋੜ ਲਿਆ। ਤੇ ਪਤਾ ਆ ਵੱਡੀ ਤਵਾਰੀਖ ਲਿਖ ਰਹੇ ਆ, ਵਕਤ ਪਾ ਕੇ ਅਜੇ ਵੀ ਤੁਸੀਂ ਦੇਖੋ। ਫਿਰ ਮੈਂ ਬੇਨਤੀ ਕਰਾਂਗਾ, ਬੰਦਾ ਜੇ ਬਾਇਸ ਰਹੇਗਾ ਤੇ ਉਹਨੂੰ ਸਮਝ ਨਹੀਂ ਲੱਗੇਗੀ, ਪਰ ਜੇ ਉਸ ਥਾਟ ਤੋਂ ਬਾਹਰ ਆ ਜਾਏ ਤੇ ਫਿਰ ਅਹਿਸਾਸ ਕਰੇ, ਤੇ ਦੁਨੀਆ ਦੇ ਵਿੱਚ ਜੇ ਕਿਤੇ ਸਹੀ ਰੂਪ ਦੇ ਵਿੱਚ ਮਨੁੱਖਵਾਦੀ ਲੱਭੇ ਜਾਣ ਤੇ ਕਿਹਾ ਜਾਏ ਕਿ ਜਿਨ੍ਹਾਂ ਨੇ ਐਮਨੈਸਟੀ ਦੀ ਗੱਲ ਤੇ ਸਾਰੇ ਕਰਦੇ, ਅੱਜ ਅਫਗਾਨਿਸਤਾਨ 'ਚ ਗੱਲ ਹੋ ਰਹੀ, ਉਹ ਵੀ ਰੀਅਲੀ ਵਾਂਟ ਟੂ ਐਕਚੁਅਲੀ ਮੇਕ ਸ਼ੋਰ ਦੈਟ ਤਾਲਿਬਾਨ ਵਿਲ ਰਿਸਪੈਕਟ ਐਮਨੈਸਟੀ, ਵਿਲ ਰਿਸਪੈਕਟ ਹਿਊਮਨ ਰਾਈਟਸ। ਇਹ ਸਾਰੇ ਦੇ ਬਾਤ ਭਈ ਠੀਕ ਆ, ਤਵਾਰੀਖ ਵਿੱਚ ਵੇਖੋ ਕਿਹੜੇ ਵਾਰੀਅਰ ਸੀਗੇ, ਕਿਹੜੇ ਯੋਧੇ ਸੀਗੇ ਜਿਹੜੇ ਬਿਲਕੁਲ ਮਨੁੱਖਵਾਦੀ ਹੋ ਕੇ ਨਿਭ ਗਏ। ਜੇ ਚੀਜ਼ ਤੇ ਲੱਭਣਗੇ ਤੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਵੱਡੀ ਕਿਹੜੀ ਮਿਸਾਲ ਮਿਲੇਗੀ? ਕਿਤੇ ਇੱਕ ਰੇਸ਼ਾ ਵੀ ਤੇ ਨਹੀਂ ਆਪਣੇ ਸਵਾਰਥ ਦਾ, ਮਤਲਬ ਆਪ ਮਕਤੂਲ ਆਪਣੇ ਕਾਤਲ ਕੋਲ ਤੁਰ ਕੇ ਜਾ ਰਿਹਾ, ਤੂੰ ਕਹਿ ਰਿਹਾ ਵੀ ਆਪਾਂ ਤੈਨੂੰ ਕਤਲ ਨਹੀਂ ਕਰਨਾ, ਤੂੰ ਚਲਾ ਜਾ, ਜਿਨ੍ਹਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰ ਰਹੇ ਆ ਬਸ ਇਹ ਪਿੱਛੇ ਹੋ ਜਾ। ਬਸ ਬਾਬਾ ਜੀ ਕਹਿੰਦੇ ਇਹ ਨਹੀਂ ਹੋਏਗਾ। ਉਹਨਾਂ ਦੀ ਬਾਂਹ ਫੜੀ ਹੈ, ਤਰਪਈਆ ਧਰਮ ਨਾ ਛੋੜੀ ਹੈ, ਇਹ ਚੀਜ਼ ਨਹੀਂ ਹੋਏਗੀ। ਇਹ ਜਿਹੜਾ ਰੂਪ ਆ ਇਹ ਗੁਰੂ ਦਾ ਆਸ਼ਾ ਆ। ਹਰ ਬੰਦਾ ਇਸ ਐਕਸਟ੍ਰੀਮ ਲੈਵਲ ਤੇ ਜਾ ਕੇ ਨਹੀਂ ਨਿਭ ਸਕਦਾ, ਪਰ ਸੱਚ ਇਹ ਹੈ ਬੰਦੇ ਨੂੰ ਐਬਿਲਿਟੀ ਕੁਦਰਤ ਨੇ ਦਿੱਤੀ ਹੈ, ਜਿੰਨੀ ਵੀ ਦਿੱਤੀ ਹੈ ਉਹਦਾ ਇਸਤੇਮਾਲ ਕੀਤਾ ਜਾਏ, ਜ਼ਮੀਰ ਪ੍ਰਸਤ ਹੋ ਕੇ, ਜ਼ਮੀਰ ਫਰੋਸ਼ ਹੋ ਕੇ ਨਹੀਂ। ਇਹ ਮਨੁੱਖਵਾਦੀ ਬਾਤ ਆ। ਇਹਦੇ ਵਿੱਚੋਂ ਹੀ ਆਪਾਂ ਆਪਣੇ ਹੱਕ ਲਈ ਖੜੀਏ, ਸਾਡੇ ਬੱਚਿਆਂ ਨੂੰ ਸਿੱਖਿਆ ਮਿਲੇਗੀ ਆਪਣੇ ਹੱਕ ਲਈ ਖੜਾ ਹੋਣਾ ਹੈ, ਨਹੀਂ ਤੇ ਦੇ ਗੋਣਾ ਬਿਕਮ ਕਾਵਰਡ, ਐਂਡ ਕਾਵਰਡ ਪੀਪਲ ਦੇ ਆਰ ਐਕਚੁਅਲੀ less than slaves. And believe me, we're living in diaspora. ਜੇ ਇੱਥੇ ਅਸੀਂ ਅਧਿਆਤਮੀ ਤਲ ਤੇ ਰੂਹਾਨੀ ਤਲ ਤੇ ਕਿਤੇ ਪਹੁੰਚਣਾ ਚਾਹੁੰਦੇ ਆ ਤੇ ਉਹ ਸੰਸਾਰ ਦਾ ਤਲ ਵੀ ਠੀਕ ਹੋਏਗਾ ਨਾਲ ਦੀ ਨਾਲ। ਜਿਨ੍ਹਾਂ ਨੇ ਇਹੋ ਜਿਹੀ ਆਈਡੀਓਲੋਜੀ ਨੂੰ ਅਡਾਪਟ ਨਾ ਕੀਤਾ ਤੇ ਵਕਤ ਪਾ ਕੇ ਆਪ ਦੇਖੋ ਕੈਸੇ ਕੈਸੇ ਵੱਡਾ ਹਿੱਸਾ ਸੀ ਮਲਟੀਕਲਚਰਲ ਸੁਸਾਇਟੀ 'ਚ ਰਹਿਣੇ, ਅਮਰੀਕਨਾਈਜ਼ ਸੁਸਾਇਟੀ ਦੇ ਵਿੱਚ ਅਜੇ ਤੱਕ ਇਹ ਮਸਲਾ ਚੱਲ ਰਿਹਾ ਹੈ ਕਿ ਬਲੈਕ ਲਾਈਵ ਮੈਟਰਸ ਪਿਛਲੇ ਦਿਨਾਂ ਦੇ ਵਿੱਚ ਕਿੰਨਾ ਵੱਡਾ ਮੂਵਮੈਂਟ ਚੱਲੀ, ਸਭ ਚੀਜ਼ਾਂ ਚੱਲੀਆਂ। ਪਰ ਜੇ ਪਿਛੋਕੜ 'ਚ ਦੇਖਿਆ ਜਾਏ ਤੇ ਮਨੁੱਖ ਨੂੰ ਇਹੋ ਜਿਹੇ ਜੀਵਨ ਯਾਪਨ ਦਾ ਧਾਰ ਨਹੀਂ ਹੋਣਾ ਜਿਹਦੇ ਨਾਲ ਉਹਦੀ ਹੋਣੀ ਧਰਤੀ ਦੇ ਹਰ ਪਟਲ ਤੇ ਬਦਲੇ। ਇਹੀ ਗੁਰੂ ਸਾਹਿਬ ਸਿਖਾ ਰਹੇ। ਤੇ ਗੁਰੂ ਸਾਹਿਬ ਕਹਿੰਦੇ ਜਿਹੜਾ ਬੰਦਾ ਆਪ ਤਿਆਰ ਹੋ ਗਿਆ ਨਾ ਆਪਣੀ ਹੋਣੀ ਬਦਲਣ ਵਾਸਤੇ, ਹਉ ਵਾਰੀ ਜਿਉਂ ਵਾਰੀ, ਮੈਂ ਆਪਣਾ ਆਪਾ ਉਹਦੇ ਤੋਂ ਵਾਰਨ ਲਈ ਤਿਆਰ ਹਾਂ, ਮੈਂ ਆਪਣਾ ਆਪਾ ਉਹਦੇ ਤੋਂ ਕੁਰਬਾਨ ਕਰਨ ਲਈ ਤਿਆਰ ਹਾਂ। ਇਹ ਗੁਰੂ ਰਾਮਦਾਸ ਸਾਹਿਬ ਆਪ ਸਾਨੂੰ ਗਵਾਹੀ ਦਿੰਦੇ, ਸਾਨੂੰ ਇਸ ਕਿਸਮ ਦੀ ਜਿਹੜੀ ਆ ਤਸੱਲੀ ਦਿੰਦੇ। ਜਿਹੜਾ ਰੈਸਟ ਆਫ ਸ਼ਬਦ ਆ ਉਹਦੀ ਵਿਚਾਰ ਆਉਂਦੇ ਸਮਝ ਕਰਾਂਗੇ। ਅੱਜ ਵਾਸਤੇ ਕਿਉਂਕਿ ਸਮਾਂ ਸਮਾਪਤ ਆ, ਬਾਬਾ ਜੀ ਸਮੁੱਚੀ ਸਮਾਪਤੀ ਕਰਾਉਣਗੇ। ਮੈਂ ਤੁਹਾਡੇ ਤੋਂ ਇਜਾਜ਼ਤ ਚਾਹਾਂਗਾ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।